बहुत ही ਰਿਸਪੈਕਟਡ ਟੀਚਰਸ ਐਂਡ ਮਾਈ ਡੀਅਰ ਸਟੂਡੈਂਟਸ, ਅੱਜ ਮੈਂ ਤੁਹਾਡੇ ਨਾਲ ਲੈਸਨ ਨੰਬਰ 11 ਦਾ ਹਿਊਮਨ ਆਈ ਐਂਡ ਕਲਰਫੁਲ ਵਰਲਡ ਭਾਵ ਮਨੁੱਖੀ ਅੱਖ ਅਤੇ ਰੰਗ ਬਿਰੰਗਾ ਸੰਸਾਰ ਦਾ ਜੋ ਚੈਪਟਰ ਹੈ ਉਸ ਦਾ ਬਹੁਤ ਹੀ ਵਿਸਥਾਰ ਨਾਲ ਵਿਦ ਡਾਇਆਗ੍ਰਾਮਸ ਅਤੇ ਐਕਸਪਲੇਨ ਕੀਤਾ ਹੋਇਆ ਹੈ ਅਤੇ ਇਸ ਦੀ ਫੁੱਲ ਐਕਸਰਸਾਈਜ਼ ਵੀ ਤੁਹਾਡੇ ਨਾਲ ਸਾਂਝੀ ਕੀਤੀ ਹੋਈ ਹੈ। ਇਸ ਕਰਕੇ ਇਹ ਜੋ ਚੈਪਟਰ ਦੇ ਸਾਡਾ ਮਟੀਰੀਅਲ ਇਸ ਵਿੱਚ ਹੈ ਉਹ ਆਪ ਲਈ NTSC ਦੇ ਟੈਸਟ ਅਤੇ ਸਾਲਾਨਾ ਪ੍ਰੀਖਿਆਵਾਂ ਜੋ ਹੋਣਗੀਆਂ ਉਹਨਾਂ ਲਈ ਬਹੁਤ ਹੀ ਸਾਡਾ ਲਾਹੇਵੰਦ ਹੋਵੇਗਾ। ਇਸ ਕਰਕੇ ਇਸ ਵੀਡੀਓ ਨੂੰ ਅਖੀਰ ਤੱਕ ਦੇਖਣਾ। ਪਿਆਰੇ ਵਿਦਿਆਰਥੀਓ, ਹੁਣ ਸਾਡਾ ਜੋ ਇਸ ਵਿੱਚ ਚਿੱਤਰ ਦਿਖਾਈ ਦੇ ਰਿਹਾ ਹੈ ਹਿਊਮਨ ਆਈ ਭਾਵ ਕਿ ਮਨੁੱਖੀ ਅੱਖ। ਸਭ ਤੋਂ ਪਹਿਲੇ ਇਸ ਦੇ ਮੁੱਖ ਜੋ ਹੈ ਪਾਰਟਸ ਲਿਖੇ ਹੋਏ ਹਨ ਅਤੇ ਸਭ ਤੋਂ ਪਹਿਲੇ ਜੋ ਸਾਡੀ ਅੱਖ ਆ ਮਨੁੱਖੀ ਅੱਖ ਆ ਉਹਦੀ 3 ਲੇਅਰਸ ਭਾਵ ਆਊਟਰਮੋਸਟ ਜੋ 3 ਪਰਤਾਂ ਹੁੰਦੀਆਂ ਹਨ। ਸਭ ਤੋਂ ਬਾਹਰਲੀ ਜੋ ਪਰਤ ਹੈ ਉਹ ਉੱਪਰ ਲਿਖਿਆ ਹੋਇਆ ਹੈ ਸਕਲੀਰਾ, ਅਤੇ ਨੰਬਰ 2 ਤੇ ਜੋ ਬਲੈਕ ਕਲਰ ਦੇ ਵਿੱਚ ਦਿੱਤੀ ਹੋਈ ਹੈ ਉਹ ਹੈ ਕੋਰਾਇਡ, ਅਤੇ ਸਭ ਤੋਂ ਅੰਦਰਲੀ ਪਰਤ ਹੈ ਉਹ ਰੈਟੀਨਾ ਹੈ। ਠੀਕ ਹੈ, ਇਸੇ ਤਰ੍ਹਾਂ ਨੀਚੇ ਆਪਟਿਕ ਨਰਵ ਸਾਡੀ ਜਾਂਦੀ ਹੈ, ਫੋਬੀਆ ਪੁਆਇੰਟ ਹੈ ਜਿਸ ਨੂੰ ਪੀਲਾ ਬਿੰਦੂ ਵੀ ਇੱਥੇ ਕਹਿੰਦੇ ਹਾਂ, ਸਸਪੈਂਸਰੀ ਲਿਗਾਮੈਂਟ ਨੇ, ਠੀਕ ਹੈ, ਸੀਲੀਅਰੀ ਮਸਲਸ ਨੇ, ਆਈਰਸ ਹੈ ਭਾਗ, ਕੋਰਨੀਆ ਹੈ, ਕੰਜੰਕਟਿਵਾ, ਪਿਊਪਲ ਅਤੇ ਲੈਂਸ। ਠੀਕ ਹੈ, ਜਿਵੇਂ ਲੈਂਸ ਸਾਡਾ ਜੋ ਹੈ ਉੱਤਲ ਭਾਵ ਕਿ ਉੱਤਲ ਲੈਂਜ ਹੁੰਦਾ ਹੈ, ਡਬਲ ਕਨਵੈਕਸ ਲੈਂਜ ਹੁੰਦਾ ਹੈ ਇਹਦੇ ਵਿੱਚ। ਪਿਊਪਲ ਭਾਵ ਕਿ ਅੱਖ ਦੀ ਪੁਤਲੀ ਹੈ। ਇਸੇ ਤਰ੍ਹਾਂ ਕੋਰਨੀਆ ਹੁੰਦਾ ਹੈ, ਆਈਰਸ ਹੁੰਦਾ ਹੈ, ਸੀਲੀਅਰੀ ਪੱਠੇ ਜਿਸ ਨੂੰ ਸੀਲੀਅਰੀ ਮਸਲਸ ਕਹਿੰਦੇ ਹਾਂ। ਅਤੇ ਇਸ ਤਰ੍ਹਾਂ ਸਾਡਾ ਵਿਸਥਾਰ ਨਾਲ ਇਹਦੇ ਵਿੱਚ ਡਾਇਆਗ੍ਰਾਮ ਦਿੱਤਾ ਹੈ। ਇਸ ਨੂੰ ਚੰਗੀ ਤਰ੍ਹਾਂ ਆਪਣੀ ਕਾਪੀ 'ਚ ਬਣਾ ਕੇ ਇਸ ਨੂੰ ਸਮਝ ਕੇ ਯਾਦ ਕਰ ਲੈਣਾ ਹੈ। ਹਿਊਮਨ ਆਈ ਮਨੁੱਖੀ ਅੱਖ। ਮਨੁੱਖੀ ਅੱਖ ਇੱਕ ਅਜਿਹੀ ਇੰਦਰੀ ਹੈ ਜਿਸ ਰਾਹੀਂ ਅਸੀਂ ਰੰਗ ਬਿਰੰਗਾ ਸੰਸਾਰ ਵੇਖਦੇ ਹਾਂ। ਮਨੁੱਖੀ ਅੱਖ ਇੱਕ ਕਿਸਮ ਦਾ ਕੈਮਰਾ ਹੈ। ਇਸ ਦੇ ਵਿੱਚ ਲੈਂਜ ਸਿਸਟਮ ਹੁੰਦਾ ਹੈ ਜੋ ਵਸਤੂ ਦਾ ਪ੍ਰਤੀਬਿੰਬ ਇੱਕ ਪ੍ਰਕਾਸ਼ੀ ਸੰਵੇਦਨਸ਼ੀਲ ਪਰਦੇ ਤੋਂ ਬਣਾਉਂਦਾ ਹੈ ਜਿਸ ਨੂੰ ਰੈਟੀਨਾ ਕਹਿੰਦੇ ਹਾਂ। ਮਨੁੱਖੀ ਅੱਖ ਗੋਲਾਕਾਰ ਹੁੰਦੀ ਹੈ ਜਿਸ ਦਾ ਅਰਧ ਵਿਆਸ 2.3 ਸੈਂਟੀਮੀਟਰ ਹੁੰਦਾ ਹੈ। ਪ੍ਰਕਾਸ਼ ਅੱਖ ਵਿੱਚ ਇੱਕ ਪਾਰਦਰਸ਼ੀ ਝਿੱਲੀ ਵਿੱਚੋਂ ਲੰਘਦਾ ਹੈ ਜਿਸ ਨੂੰ ਕੋਰਨੀਆ ਕਹਿੰਦੇ ਹਨ। ਬੇਟੇ ਦੇਖੋ, ਇਹ ਸਾਡਾ ਪੰਜਾਬੀ ਵਿੱਚ ਆ। ਜੋ ਹੁਣ ਇੰਗਲਿਸ਼ ਮੀਡੀਅਮ ਵਾਲੇ ਸਾਡੇ ਬੱਚੇ ਹਨ ਉਹਨਾਂ ਲਈ ਦੇਖੋ ਪੰਜਾਬੀ ਵਿੱਚ ਜਦੋਂ ਸਮਝ ਆ ਜਾਂਦਾ ਤਾਂ ਫਿਰ ਆਪਾਂ ਇੰਗਲਿਸ਼ ਦੇ ਵਿੱਚ ਵੀ ਵਧੀਆ ਢੰਗ ਨਾਲ ਲਿਖ ਸਕਦੇ ਹਾਂ। ਇਸ ਕਰਕੇ ਦੋਨੋਂ ਭਾਸ਼ਾਵਾਂ ਵਿੱਚ ਇਹਦੇ ਵਿੱਚ ਸਾਡੇ ਜੋ ਹੈ ਸਮਝਾਇਆ ਗਿਆ ਹੈ। ਇਸ ਕਰਕੇ ਇਸ ਨੂੰ ਬਹੁਤ ਧਿਆਨ ਨਾਲ ਸੁਣਨਾ। ਹੁਣ ਇੰਗਲਿਸ਼ ਮੀਡੀਅਮ ਦੇ ਵਿੱਚ ਦਾ ਹਿਊਮਨ ਆਈ ਇਜ਼ ਦਾ ਸੈਂਸ ਔਰਗਨ ਵਿਚ ਹੈਲਪਸ ਅਸ ਟੂ ਸੀ ਦਾ ਕਲਰਫੁਲ ਵਰਲਡ ਅਰਾਊਂਡ ਅਸ। The human eye is like a camera. It is lens system from an image on a light sensitive screen called retina. The eye wall is almost spherical in shape with a diameter of about 2.3 centimeter. Light enters the eye through a transparent membrane called cornea. ਕੋਰਨੀਆ ਦੇ ਪਿੱਛੇ ਇੱਕ ਪੇਸ਼ੀਦਾਰ ਭਾਗ ਹੁੰਦਾ ਹੈ ਜਿਸ ਨੂੰ ਆਇਰਸ ਕਹਿੰਦੇ ਹਨ। ਇਸ ਦੇ ਵਿੱਚ ਛੇਕ ਹੁੰਦਾ ਹੈ ਜਿਸ ਨੂੰ ਪੁਤਲੀ ਕਹਿੰਦੇ ਹਨ। ਅੱਖ ਵਿੱਚ ਪ੍ਰਵੇਸ਼ ਕਰਨ ਵਾਲੇ ਪ੍ਰਕਾਸ਼ ਦੀ ਮਾਤਰਾ ਨਿਰਧਾਰਿਤ ਕਰਦਾ ਹੈ। ਅੱਖ ਦਾ ਲੈਂਜ ਵਸਤੂ ਦੇ ਪ੍ਰਤੀਬਿੰਬ ਨੂੰ ਰੈਟੀਨਾ 'ਤੇ ਫੋਕਸ ਕਰਨ ਵਿੱਚ ਮਦਦ ਕਰਦਾ ਹੈ। ਸੀਲੀਅਰੀ ਪੱਠੇ ਲੈਂਜ ਦੀ ਵਕਰਤਾ ਬਦਲਣ ਅਤੇ ਲੈਂਜ ਦੀ ਫੋਕਸ ਦੂਰੀ ਬਦਲਣ ਵਿੱਚ ਮਦਦ ਕਰਦਾ ਹੈ। ਇੰਗਲਿਸ਼ ਵਿੱਚ ਹਿਊਮਨ ਆਈ ਬਿਹਾਈਂਡ ਦਾ ਕੋਰਨੀਆ ਇਜ਼ ਏ ਮਸਕੂਲਰ ਡਾਇਆਫ੍ਰਾਮ ਕਾਲਡ ਆਈਰਿਸ ਵਿਚ ਹੈਜ਼ ਐਨ ਓਪਨਿੰਗ ਕਾਲਡ ਪਿਊਪਲ. The pupil controls the amount of light entering the eye. The eye lens helps to focus the image of the objects on the retina. The ciliary muscles helps to change the curvature of the lens and to change its focal length. Working of human eye ਮਨੁੱਖੀ ਅੱਖ ਦੀ ਕਾਰਜ ਵਿਧੀ। ਮਨੁੱਖੀ ਅੱਖ ਦਾ ਲੈਂਜ ਵਸਤੂ ਦਾ ਉਲਟ ਵਾਸਤਵਿਕ ਪ੍ਰਤੀਬਿੰਬ ਰੈਟੀਨਾ 'ਤੇ ਬਣਾਉਂਦਾ ਹੈ। ਰੈਟੀਨਾ ਦੇ ਪ੍ਰਕਾਸ਼ ਸੰਵੇਦੀ ਸੈੱਲ
ਬਿਜਲਈ ਸੰਕੇਤ ਪੈਦਾ ਕਰਦੇ ਹਨ ਜੋ ਪ੍ਰਕਾਸ਼ੀ ਨਸ਼ਾਂ ਦੁਆਰਾ ਦਿਮਾਗ ਨੂੰ ਪਹੁੰਚਾਉਂਦੇ ਹਨ। ਦਿਮਾਗ ਜਾਣਕਾਰੀ ਨੂੰ ਸਮਝ ਕੇ ਸੰਦੇਸ਼ ਅੱਗੇ ਪਹੁੰਚਾਉਂਦਾ ਹੈ ਅਤੇ ਜਿਸ ਕਾਰਨ ਅਸੀਂ ਵੇਖ ਸਕਦੇ ਹਾਂ। ਵਰਕਿੰਗ ਆਫ ਹਿਊਮਨ ਆਈ। The lens forms a real inverted image of the object on the retina. The light sensitive cells in the light then produce electrical signals which are carried by the optic nerves to the brain. The brain processes the informations and sends the message to the eye and then we see the object. ਡਿਫੈਕਟਸ ਆਫ ਹਿਊਮਨ ਆਈ। ਮਨੁੱਖੀ ਅੱਖ ਦੇ ਦੋਸ਼। ਨਿਕਟ ਦ੍ਰਿਸ਼ਟੀ ਦੋਸ਼ ਭਾਵ ਕਿ ਮਾਈਓਪੀਆ ਔਰ ਨੀਅਰ ਸਾਈਟਡਨੈਸ। ਨਿਕਟ ਦ੍ਰਿਸ਼ਟੀ ਦੋਸ਼ ਮਨੁੱਖੀ ਅੱਖ ਦਾ ਅਜਿਹਾ ਦੋਸ਼ ਹੈ ਜਿਸ ਵਿੱਚ ਮਨੁੱਖ ਨੇੜੇ ਦੀਆਂ ਵਸਤੂਆਂ ਤਾਂ ਸਪਸ਼ਟ ਵੇਖ ਸਕਦਾ ਹੈ ਪਰ ਦੂਰ ਦੀਆਂ ਵਸਤੂਆਂ ਸਪਸ਼ਟ ਵੇਖ ਨਹੀਂ ਸਕਦਾ ਕਿਉਂਕਿ ਪ੍ਰਤੀਬਿੰਬ ਰੈਟੀਨਾ ਦੇ ਅੱਗੇ ਬਣਦਾ ਹੈ। ਇਸ ਦੇ ਕੀ ਕਾਰਨ ਹਨ? ਨਿਕਟ ਦ੍ਰਿਸ਼ਟੀ ਦੋਸ਼ ਕਿਉਂ ਹੁੰਦਾ ਹੈ? ਨੰਬਰ 1 ਨੇਤਰ ਲੈਂਜ ਦੀ ਵਕਰਤਾ ਦਾ ਵੱਧ ਹੋਣਾ। ਨੰਬਰ 2 ਡੇਲੇ ਦਾ ਲੰਬਾ ਹੋ ਜਾਣਾ। ਨਿਵਾਰਨ ਭਾਵ ਕਿਉਰ ਕਿਵੇਂ ਕਰ ਸਕਦੇ ਹਾਂ? ਇਹ ਦੋਸ਼ ਸਹੀ ਸਮਰੱਥਾ ਵਾਲੇ ਅਵਤਲ ਲੈਂਜ ਦੀ ਵਰਤੋਂ ਕਰਕੇ ਠੀਕ ਕੀਤਾ ਜਾ ਸਕਦਾ ਹੈ। ਕਿਹੜਾ ਲੈਂਜ ਯੂਜ਼ ਕਰਨਾ ਹੈ? ਅਵਤਲ ਲੈਂਜ। ਇੰਗਲਿਸ਼ ਵਿੱਚ ਮਾਈਓਪੀਆ ਔਰ ਨੀਅਰ ਸਾਈਟਡਨੈਸ। Myopia is a defect of vision in which a person can see nearly objects clearly but cannot see distant objects clearly because the image is formed in front of the retina. This may be due to reason ਕੀ ਆ? ਕਾਰਨ ਕੀ ਨੇ? Number 1 increase in curvature of the eye lens. Number 2 increase in the length of the eye wall. It can be corrected by using concave lens. ਹਾਂਜੀ ਬੇਟੇ ਡਾਇਗਰਾਮ ਜੋ ਦਿੱਤਾ ਹੋਇਆ ਇਹਦੇ ਵਿੱਚ ਮਾਈਓਪੀਆ ਦੀ ਗੱਲ ਕੀਤੀ ਆ ਭਾਵ ਕਿ ਨਿਕਟ ਦ੍ਰਿਸ਼ਟੀ ਦੋਸ਼। ਦੇਖੋ ਆਪਾਂ ਡਾਇਗਰਾਮ ਵਿੱਚ ਦੇਖਦੇ ਹਾਂ ਜਦੋਂ ਜਿਹੜੀਆਂ ਰੇਜ਼ ਆ ਰਹੀਆਂ ਆ ਲਾਈਟ ਰੇਜ਼ ਉਹ ਇੱਕ ਖਾਸ ਬਿੰਦੂ 'ਤੇ ਆ ਕੇ ਮਿਲਦੀਆਂ ਆ। ਠੀਕ ਹੈ, ਇਸ ਬਿੰਦੂ ਕਿੱਥੇ ਮਿਲਦੀਆਂ? ਰੈਟੀਨਾ 'ਤੇ ਮਿਲਣਾ ਚਾਹੀਦਾ ਸੀ, ਇਹਨਾਂ ਨੂੰ ਅੱਗੇ ਜਾ ਕੇ ਇਹ ਰੈਟੀਨਾ ਤੋਂ ਪਹਿਲੇ ਹੀ ਬਣ ਗਿਆ। ਇਸ ਕਰਕੇ ਸਾਨੂੰ ਨੇੜੇ ਦੀ ਚੀਜ਼ ਤਾਂ ਦਿਖਾਈ ਦੇਊਗੀ ਪਰ ਦੂਰ ਦੀ ਜਿਹੜੀ ਚੀਜ਼ ਸਾਨੂੰ ਦਿਖਾਈ ਨਹੀਂ ਦਿੰਦੀ। ਫਿਰ ਆਪਾਂ ਕਿੱਦਾਂ ਇਹਨਾਂ ਨੂੰ ਸਹੀ ਕੀਤਾ? ਆਹ ਦੇਖੋ ਮੂਹਰੇ ਅਵਤਲ ਲੈਂਜ ਜੋ ਵਿਚਕਾਰੋਂ ਕੀ ਹੁੰਦਾ? ਪਤਲਾ ਹੁੰਦਾ ਅਤੇ ਸਿਰਿਆਂ ਤੋਂ ਮੋਟਾ ਭਾਵ ਕਿ ਕਿਹੜਾ? ਕਨਕੇਵ ਲੈਂਸ। ਦੇਖੋ ਕਨਕੇਵ ਲੈਂਸ ਲਗਾਇਆ ਆਪਾਂ ਇਹਦੇ ਬਾਹਰ। ਕਨਕੇਵ ਲੈਂਸ ਲਗਾਉਣ ਨਾਲ ਕੀ ਹੋਇਆ? ਜਿਹੜੀ ਇਹਦੇ ਵਿੱਚ ਇਮੇਜ ਸੀ ਭਾਵ ਕਿ ਇਹਦੀ ਜਿਹੜੀ ਪ੍ਰਤੀਬਿੰਬ ਬਣਿਆ ਉਹ ਰੈਟੀਨਾ 'ਤੇ ਸਹੀ ਬਣ ਗਿਆ। ਇਸ ਤਰ੍ਹਾਂ ਇਹ ਆਪਾਂ ਇਹਨੂੰ ਕਰੈਕਟ ਕਰ ਦਿੱਤਾ। ਠੀਕ ਹੈ, ਇਸ ਕਰਕੇ ਆਪਾਂ ਇਹਦੇ ਲਈ ਕਨਕੇਵ ਲੈਂਸ ਵਾਲੇ ਜਿਹੜੇ ਕਨਕੇਵ ਲੈਂਸ ਵਾਲੀਆਂ ਐਨਕਾਂ ਆ ਉਹ ਲਗਾ ਸਕਦੇ ਹਾਂ। ਕਨਕੇਵ ਲੈਂਸ। ਹਾਈਪਰਮੈਟਰੋਪੀਆ ਭਾਵ ਕਿ ਦੂਰ ਦ੍ਰਿਸ਼ਟੀ ਦੋਸ਼। ਇਸ ਦੋਸ਼ ਵਿੱਚ ਜਿਸ ਵਿੱਚ ਮਨੁੱਖ ਨੂੰ ਦੂਰ ਦੀਆਂ ਵਸਤੂਆਂ ਤਾਂ ਸਪਸ਼ਟ ਨਜ਼ਰ ਆਉਂਦੀਆਂ ਹਨ ਪਰ ਨੇੜੇ ਦੀਆਂ ਵਸਤੂਆਂ ਸਪਸ਼ਟ ਨਜ਼ਰ ਨਹੀਂ ਆਉਂਦੀਆਂ ਕਿਉਂਕਿ ਵਸਤੂ ਦਾ ਪ੍ਰਤੀਬਿੰਬ ਰੈਟੀਨਾ ਦੇ ਪਿੱਛੇ ਬਣਦਾ ਹੈ। ਕਾਰਨ ਲੈਂਜ ਦੀ ਵਕਰਤਾ ਦਾ ਘਟ ਜਾਣਾ, ਡੇਲੇ ਦੀ ਲੰਬਾਈ ਦਾ ਘਟ ਜਾਣਾ। ਉੱਧਰ ਵੱਧ ਜਾਣਾ ਸੀ, ਇੱਧਰ ਘਟ ਜਾਣਾ ਆ। ਨਿਵਾਰਨ ਭਾਵ ਕਿੱਦਾਂ ਆਪਾਂ ਇਹਨੂੰ ਕਰ ਸਕਦੇ ਕਰੈਕਟ? ਸਹੀ ਸਮਰੱਥਾ ਵਾਲੇ ਉਤਲ ਲੈਂਜ ਦੀ ਵਰਤੋਂ ਕਰਕੇ। ਇੰਗਲਿਸ਼ ਵਿੱਚ ਹਾਈਪਰਮੈਟਰੋਪੀਆ ਇਜ਼ ਏ ਡਿਫੈਕਟ ਆਫ ਵਿਜ਼ਨ ਇਨ ਵਿਚ ਏ ਪਰਸਨ ਕੈਨ see distant objects clearly but cannot see nearby objects clearly because the image is formed behind the retina. This may be due to number 1 decrease in curvature of eye lens, number 2 decrease in the length of the eye wall. It can be corrected by using a सूटेबल कॉन्वैक्स ਲੈਂਜ। ਉਹਦੇ ਵਿੱਚ ਆਪਾਂ ਬੇਟੇ ਜਿਹੜਾ ਮਾਈਓਪੀਆ ਦੇ ਵਿੱਚ ਕਨਕੇਵ ਲੈਂਜ ਯੂਜ਼ ਕੀਤਾ ਸੀ ਅਤੇ ਹਾਈਪਰਮੈਟਰੋਪੀਆ ਦੇ ਵਿੱਚ ਇੱਕ ਆਪਾਂ ਗੱਲ ਯਾਦ ਰੱਖਣੀ ਹੈ ਕਿ ਇਸ ਵਿੱਚ ਕਨਵੈਕਸ ਲੈਂਜ ਯੂਜ਼ ਕਰਨਾ ਹੈ ਹਾਈਪਰਮੈਟਰੋਪੀਆ ਦੇ ਵਿੱਚ। ਹਾਂਜੀ ਬੱਚੋ, ਇਹ ਜਿਹੜੇ ਡਾਇਗਰਾਮ ਦੇਖੋ ਦਿੱਤੇ ਹੋਏ ਨੇ ਇਹਦੇ ਵਿੱਚ
ਇਹਦੇ ਵਿੱਚ ਸਭ ਤੋਂ ਪਹਿਲੇ ਡਾਇਗਰਾਮ ਦੱਸਿਆ ਨੋਰਮਲ ਵਿਜ਼ਨ ਦਾ, ਜਿਸ ਵਿੱਚ ਜੋ ਲਾਈਟ ਰੇਜ਼ ਆ ਰਹੀਆਂ ਪਿੱਛੋਂ 3 ਉਹ ਇੱਕ ਖਾਸ ਬਿੰਦੂ ਤੇ ਆ ਕੇ, ਇੱਕ ਖਾਸ ਪੁਆਇੰਟ ਤੇ ਆ ਕੇ ਫੋਕਸ ਹੋ ਰਹੀਆਂ ਨੇ, ਉੱਥੇ ਇਮੇਜ ਬਣਦੀ ਆ। ਠੀਕ ਹੈ, ਉਹ ਕਿਹੜੀ ਪੁਆਇੰਟ ਆ ਭਲਾ? ਸਭ ਤੋਂ ਜਿਹੜੀ ਸਾਡੀ ਥਰਡ ਲੇਅਰ ਅੰਦਰਲੀ ਇੰਟਰਨਲ ਲੇਅਰ ਆ ਸਾਡੀ, 3 ਲੇਅਰਸ ਆਈਜ਼ ਦੀਆਂ ਪੜ੍ਹੀਆਂ ਸੀ ਆਪਾਂ। ਸਭ ਤੋਂ ਜਿਹੜੀ ਇੰਟਰਨਲ ਲੇਅਰ ਆ ਜਿਹਨੂੰ ਰੈਟੀਨਾ ਕਹਿੰਦੇ, ਉਹਦੇ 'ਤੇ ਹਰ ਚੀਜ਼ ਜਦੋਂ ਫੋਕਸ ਹੁੰਦੀ ਆ, ਭਾਵ ਹਰ ਰੇਜ਼ ਜਿਹੜਾ ਇਹਦਾ ਇਮੇਜ ਬਣਦੀ ਆ, ਫੋਕਸ ਹੁੰਦੀ ਆ, ਉਹ ਰੈਟੀਨਾ 'ਤੇ ਬਣਨਾ ਹੁੰਦਾ ਆ। ਅਤੇ ਆਪਾਂ ਪਿੱਛੇ ਦੇਖਿਆ ਸੀ ਮਾਈਓਪੀਆ ਦੇ ਰੈਟੀਨਾ ਤੋਂ ਪਹਿਲੇ ਹੀ ਬਣ ਜਾਂਦਾ ਸੀ। ਹੁਣ ਆਪਾਂ ਅੱਗੇ ਦੇਖਾਂਗੇ ਇਹਦੇ ਵਿੱਚ ਇਹ ਨੋਰਮਲ ਵਿਜ਼ਨ ਦੱਸਿਆ ਹੋਇਆ ਕਿ ਰੈਟੀਨਾ 'ਤੇ ਬਣਨਾ ਚਾਹੀਦਾ ਆ। ਅਗਲੀ ਡਾਇਗਰਾਮ ਵਿੱਚ ਦੇਖੋ ਹਾਈਪਰਮੈਟਰੋਪੀਆ। ਇਹਦੇ ਵਿੱਚ ਕੀ ਆਪਾਂ ਦੇਖਦੇ ਹਾਂ ਕਿ ਰੈਟੀਨਾ ਤੋਂ ਵੀ ਅੱਗੇ ਨਿਕਲ ਗਈ ਆ ਜਿਹੜੀ ਇਮੇਜ ਆ, ਉਹ ਰੈਟੀਨਾ ਤੋਂ ਵੀ ਅੱਗੇ ਜਾ ਕੇ ਇੱਕ ਖਾਸ ਪੁਆਇੰਟ 'ਤੇ ਫੋਕਸ ਹੋਈਆਂ ਰੇਜ਼ ਜਿਹੜੀਆਂ ਲਾਈਟ ਦੀਆਂ। ਠੀਕ ਆ, ਭਾਵ ਰੈਟੀਨਾ ਤੋਂ ਵੀ ਅੱਗੇ ਦੂਰ ਬਣ ਗਈਆਂ ਜਾ ਕੇ, ਅਤੇ ਉਹਦੇ ਨਾਲ ਕੀ ਆ, ਸਾਨੂੰ ਦੂਰ ਦੀ ਨਿਗਾਹ ਤਾਂ ਸਹੀ ਤੇ ਹੋਏਗੀ ਭਾਵ ਸਾਡੀ। ਠੀਕ ਹੈ, ਜਿਹੜੀ ਦੂਰ ਦੀ ਨਿਗਾਹ ਸਹੀ ਹੋਏਗੀ ਕਿਉਂਕਿ ਪਰ ਇਮੇਜ ਜਿਹੜੀ ਦੂਰ ਬਣੀ ਹੈ, ਪਰ ਨੇੜੇ ਦੀਆਂ ਸਾਨੂੰ ਸਾਫ਼ ਦਿਖਾਈ ਨਹੀਂ ਦੇਊਗੀ ਕਿਉਂਕਿ ਜਿਹੜਾ ਇਮੇਜ ਬਣੀ ਹੈ, ਸਾਡਾ ਫੋਕਸ ਹੋਈ ਆ, ਉਹ ਰੈਟੀਨਾ ਤੋਂ ਵੀ ਅੱਗੇ ਨਿਕਲ ਗਈਆਂ। ਅਤੇ ਫਿਰ ਆਪਾਂ ਇਹਨੂੰ ਕਰੈਕਟ ਕਿੱਦਾਂ ਕਰਾਂਗੇ? ਜਿੱਦਾਂ ਪਿੱਛੇ ਆਪਾਂ ਪੜ੍ਹਿਆ, ਆਪਾਂ ਕਰੈਕਟ ਕਿੱਦਾਂ ਕਰਨਾ ਸੀ? ਆਪਾਂ ਇਹਨੂੰ ਇਹਦੇ ਵਿੱਚ ਲਾਵਾਂਗੇ ਆਪਾਂ ਕਨਵੈਕਸ ਲੈਂਸ। ਇਹਦੇ ਵਿੱਚ ਕਿਹੜਾ ਲਾਵਾਂਗੇ? ਉਹ 'ਚ ਕਨਕੇਵ ਲੈਂਸ ਲਗਾਇਆ ਸੀ, ਇਹਦੇ ਵਿੱਚ ਆਪਾਂ ਕਨਵੈਕਸ ਲੈਂਸ। ਦੇਖੋ ਮੋਹਰੇ ਕੀ ਆ, ਵਿੱਚੋਂ ਸੈਂਟਰ ਦੇ ਵਿੱਚੋਂ ਮੋਟਾ ਹੈ ਅਤੇ ਸਿਰਿਆਂ ਤੋਂ ਇਹ ਪਤਲਾ ਹੈ। ਮੋਹਰੇ ਲਗਾਇਆ ਹੋਇਆ ਬਾਹਰ ਦੇਖੋ ਕਨਵੈਕਸ ਲੈਂਸ, ਕਨਕੇਵ ਲੈਂਸ ਨਹੀਂ ਕਨਵੈਕਸ ਲੈਂਸ ਹੈ। ਕਨਵੈਕਸ ਲੈਂਸ ਦੇਖੋ ਧਿਆਨ ਨਾਲ, ਕਨਵੈਕਸ ਲੈਂਸ ਹੈ ਜੋ ਵਿਚਕਾਰੋਂ ਮੋਟਾ ਅਤੇ ਸਿਰਿਆਂ ਤੋਂ ਪਤਲਾ। ਅਤੇ ਫਿਰ ਇਹਦੇ ਨਾਲ ਕੀ ਹੋਇਆ? ਦੇਖੋ ਜਿਹੜੀ ਇਮੇਜ ਆ ਸਾਡੀ ਉਹ ਰੈਟੀਨਾ 'ਤੇ ਬਣ ਗਈ। ਇਹਦਾ ਮਤਲਬ ਸਾਡੀ ਕਰੈਕਟਡ ਹੋ ਗਈ, ਭਾਵ ਕਿ ਜਿਹੜਾ ਹਾਈਪਰਮੈਟਰੋਪੀਆ ਦਾ ਸਾਨੂੰ ਦੋਸ਼ ਸੀਗਾ, ਪ੍ਰੋਬਲਮ ਸੀਗੀ, ਉਹ ਜਿਹੜੀ ਆ ਸਾਡੀ ਕਨਵੈਕਸ ਲੈਂਸ ਲਗਾਉਣ ਨਾਲ ਜਿਹੜਾ ਸਾਡਾ ਇਮੇਜ ਆ ਉਹ ਰੈਟੀਨਾ 'ਤੇ ਬਣ ਗਿਆ, ਅਤੇ ਇਸ ਤਰ੍ਹਾਂ ਸਾਡੀ ਆਈ ਜਿਹੜੀ ਸਾਨੂੰ ਸਹੀ ਕੋਈ ਵੀ ਦਿਖਾਈ ਦੇਣ ਲੱਗ ਪੈਂਦਾ ਹੈ। ਪ੍ਰੈਸਬਾਈਓਪੀਆ, ਜ਼ਰਾ ਦੂਰ ਦ੍ਰਿਸ਼ਟੀ ਦੋਸ਼। ਇਹ ਦੋਸ਼ ਬਜ਼ੁਰਗਾਂ ਵਿੱਚ ਮਿਲਦਾ ਹੈ ਜਿਸ ਵਿੱਚ ਉਹ ਨੇੜੇ ਦੀਆਂ ਵਸਤੂਆਂ ਸਹੀ ਨਹੀਂ ਵੇਖ ਸਕਦੇ, ਜਿਸ ਕਾਰਨ ਨਿਕਟ ਬਿੰਦੂ ਦਾ ਦੂਰ ਹਟ ਜਾਣਾ। ਇਹ ਨਿਕਟ ਬਿੰਦੂ ਦਾ ਜਿਸ ਦਾ ਕਾਰਨ ਹੈ ਨਿਕਟ ਬਿੰਦੂ ਦਾ ਦੂਰ ਹਟ ਜਾਣਾ। ਇੰਗਲਿਸ਼ ਵਿੱਚ ਕੀ ਕਹਿੰਦੇ? ਪ੍ਰੈਸਬਾਈਓਪੀਆ ਇਜ਼ ਏ ਡਿਫੈਕਟ ਆਫ ਵਿਜ਼ਨ in old people in which they are not able to see nearly objects clearly due to the increase in the distance of near point. Next, ਇਹ ਸੀਲੀਅਰੀ ਪੱਠਿਆਂ ਦੇ ਕਮਜ਼ੋਰ ਹੋਣ ਕਾਰਨ ਅਤੇ ਨੇਤਰ ਲੈਂਜ ਦੇ ਲਚਕੀਲੇਪਣ ਘੱਟ ਹੋਣ ਦੇ ਕਾਰਨ ਹੁੰਦਾ ਹੈ। This is due to the weakening of ciliary muscles and decrease in the flexibility of eye lens. It can be corrected by using suitable convex lens. ਕਦੇ ਕਦੇ ਇਸ ਦੋਸ਼ ਵਿੱਚ ਮਨੁੱਖ ਨੇੜੇ ਅਤੇ ਦੂਰ ਵਸਤੂਆਂ ਨੂੰ ਸਪਸ਼ਟ ਨਹੀਂ ਵੇਖ ਸਕਦਾ ਅਤੇ ਇਸ ਦਾ ਨਿਵਾਰਨ 2 ਫੋਕਸੀ ਲੈਂਜ ਨਾਲ ਹੁੰਦਾ ਹੈ। ਇਸ ਵਿੱਚ ਉੱਤਲ ਲੈਂਜ ਅਤੇ ਅਵਤਲ ਲੈਂਜ ਦੋਨੋਂ ਹੀ ਹੁੰਦੇ ਹਨ। Sometimes they are not able to see both nearly and distant objects clearly. It can be corrected by using bifocal lenses consisting of both concave and convex lens. Accommodation power, ਅਨੁਕੂਲਨ ਸਮਰੱਥਾ, ਮਨੁੱਖੀ ਅੱਖ ਦਾ ਇਹ ਇੱਕ ਗੁਣ ਹੈ ਜਿਸ ਰਾਹੀਂ ਨੇਤਰ ਲੈਂਜ ਆਪਣੀ ਫੋਕਸ ਦੂਰੀ ਸੀਲੀਅਰੀ ਪੱਠਿਆਂ ਦੀ ਮਦਦ ਨਾਲ ਬਦਲ ਸਕਦਾ ਹੈ ਤਾਂ ਜੋ ਨੇੜੇ ਦੀਆਂ ਵਸਤੂਆਂ ਤਕਰੀਬਨ 25 ਸੈਂਟੀਮੀਟਰ ਅਤੇ ਬਹੁਤ ਦੂਰ ਦੀਆਂ ਵਸਤੂਆਂ ਅਨੰਤ ਤੇ ਸਪਸ਼ਟ ਵੇਖੀਆਂ ਜਾ ਸਕਣ। Accommodation power, the ability of human to change the focal length of eye lens with the help of ciliary muscles to get the clear view of nearly objects about 25 centimeter and for distant objects at infinity. ਹਾਂਜੀ, ਇਹ ਸਾਨੂੰ ਜੋ ਹੁਣ ਤੁਹਾਡੇ ਸਾਹਮਣੇ ਡਾਇਗਰਾਮ ਦਿਖਾਈ ਦੇ ਰਿਹਾ ਹੈ, ਇਸ ਦੀ ਲੇਬਲਿੰਗ ਚੰਗੀ ਤਰ੍ਹਾਂ ਕਰਨੀ ਆ। ਠੀਕ ਹੈ, ਇਸ ਦੇ ਵਿੱਚ ਨੰਬਰਿੰਗ ਦਿੱਤੀ ਹੋਈ ਹੈ 1 2 3 4 5 6, ਇਹ 1 to 14 ਤੱਕ ਨੰਬਰਿੰਗ ਹੈ ਇਹਦੀ। ਅਤੇ ਇਹਦੇ ਵਿੱਚ ਤਾਂ ਨੰਬਰ 1 'ਤੇ ਆ ਆਪਟਿਕ ਨਰਵ ਹੈ। ਠੀਕ ਹੈ, ਇਸੇ ਤਰ੍ਹਾਂ ਉਹਦੀਆਂ ਬਾਹਰਲੀਆਂ ਲੇਅਰਸ ਆ ਸਕਲੀਰੋਟਿਕ, ਕੋਰੋਇਡ, ਰੈਟੀਨਾ, ਲੈਂਸ ਦਿੱਤਾ ਹੋਇਆ ਹੈ, ਆਈਰਸ, ਕੋਰਨੀਆ। ਠੀਕ ਹੈ, ਹਿਊਮਸ, ਐਕੁਅਸ ਹਿਊਮਰ, ਬਿਟਰਸ, ਇਹ ਸਾਰਾ ਕੁਝ ਜੋ ਵੀ ਸਾਡਾ ਵਿੱਚ ਹੈ ਉਹ ਸਾਰਾ ਧਿਆਨ ਨਾਲ ਤੁਸੀਂ ਪਹਿਲੇ ਪਿਛਲੇ ਜੋ ਡਾਇਗਰਾਮਸ ਆ
ਉਹਦੇ ਵਿੱਚੋਂ ਤੁਸੀਂ ਸਮਝ ਲੈਣਾ ਹੈ ਤੇ ਫਿਰ ਇਸ ਵਿੱਚ ਲੈਵਲਿੰਗ ਦੀ ਚੰਗੀ ਤਰ੍ਹਾਂ ਪ੍ਰੈਕਟਿਸ ਇਸ ਦੀ ਕਰਨੀ ਆ। ਠੀਕ ਹੈ, ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਆ ਤੇ ਇਹ ਅੱਗੇ ਜਿਹੜੇ ਤੁਹਾਡੀਆਂ ਵੱਡੀਆਂ ਕਲਾਸਾਂ ਵਿੱਚ ਵੀ ਇਹ ਕੰਮ ਆਊਗਾ। ਇਸ ਕਰਕੇ ਇਹ ਜਿਹੜਾ ਡਾਇਆਗਰਾਮ ਆ ਚੰਗੀ ਤਰ੍ਹਾਂ ਸਮਝ ਲੈਣਾ। ਕੱਚ ਦੇ ਪ੍ਰਿਜ਼ਮ ਰਾਹੀਂ ਅਪਵਰਤਨ। ਜਦੋਂ ਇੱਕ ਪ੍ਰਕਾਸ਼ ਕਿਰਨ ਇੱਕ ਕੱਚ ਦੇ ਪ੍ਰਿਜ਼ਮ ਵਿੱਚੋਂ ਲੰਘਦੀ ਹੈ ਤਾਂ ਇਹ 2 ਵਾਰ ਝੁਕਦੀ ਹੈ। ਇੱਕ ਵਾਰ ਹਵਾ ਕੱਚ ਦੇ ਵਿਚਕਾਰ, ਫਿਰ ਕੱਚ ਅਤੇ ਹਵਾ ਵਿਚਕਾਰ। ਪ੍ਰਿਜ਼ਮ ਵਿੱਚੋਂ ਨਿਕਲਣ ਲਈ ਕਿਰਨ ਦਾ ਕੋਣ ਅਪਵਰਤਕ ਕੋਣ ਨਾਲੋਂ ਵੱਖਰਾ ਹੋਵੇਗਾ, ਜਿਸ ਨੂੰ ਨਿਰਗਮਨੀ ਕੋਣ ਕਹਿੰਦੇ ਹਨ। ਰਿਫਰੈਕਸ਼ਨ ਆਫ ਲਾਈਟ ਥਰੂ ਏ ਗਲਾਸ ਪ੍ਰਿਜ਼ਮ। ਹਾਂਜੀ ਬਟ ਇਹਦੇ ਵਿੱਚ ਡਾਇਆਗਰਾਮ ਬਣਿਆ ਹੋਇਆ, ਉਹਨੂੰ ਬਹੁਤ ਧਿਆਨ ਨਾਲ ਦੇਖੋ। ਜਿਹੜੀ ਰੇਜ਼ ਆਉਂਦੀ ਆ ਉਹਨੂੰ ਕਹਿੰਦੇ ਆਪਾਂ ਇੰਸੀਡੈਂਟ ਰੇ। ਦੇਖੋ ਇੰਸੀਡੈਂਟ ਰੇ ਸਿੱਧੀ ਨਿਕਲ ਗਈ ਬਿਲਕੁਲ, ਠੀਕ ਹੈ। ਅਤੇ ਜਦੋਂ ਸੈਂਟਰ ਦੇ ਵਿੱਚੋਂ ਵੈਂਡ ਹੋਈ ਆ, ਉਹ ਜਿਹੜੀ ਵਿੱਚ ਅੰਦਰਲੇ ਪਾਸੇ ਆ ਰੇਜ਼, ਉਹਨੂੰ ਬੋਲਦੇ ਰਿਫਰੈਕਟਡ ਰੇਜ਼। ਆ ਦੇਖੋ ਵਿੱਚ ਜਿਹੜੀ ਸਿੱਧੀ ਆ, ਜਿਹੜੀ ਬਾਹਰ ਨਿਕਲੀ ਆ ਉਹਨੂੰ ਬੋਲਦੇ ਇਮਰਜੈਂਟ ਰੇਜ਼। ਸਭ ਤੋਂ ਪਹਿਲੇ ਸਾਨੂੰ 3 ਰੇਜ਼ ਬਾਰੇ ਸਮਝ ਆਉਣਾ ਚਾਹੀਦਾ। ਇੰਸੀਡੈਂਟ ਰੇਜ਼ ਜਿਹੜੀ ਆ ਰਹੀ ਆ, ਜਿਹੜੀ ਇਹਦੇ ਪ੍ਰਿਜ਼ਮ ਦੇ ਅੰਦਰ ਬੈਂਡ ਹੋਈ ਆ ਸਿੱਧੀ, ਉਹ ਹੈਗੀ ਆ ਰਿਫਰੈਕਟਡ ਰੇਜ਼। ਅਤੇ ਜਿਹੜੀ ਪ੍ਰਿਜ਼ਮ ਤੋਂ ਬਾਹਰ ਨਿਕਲੀ ਆ ਇਹ ਉਹਨੂੰ ਬੋਲਦੇ ਇਮਰਜੈਂਟ ਰੇਜ਼। ਠੀਕ ਹੈ, ਹੁਣ ਆਪਾਂ ਗੱਲ ਅੱਗੇ ਕਰਨੀ ਆ ਐਂਗਲ ਆਫ ਡੀਵੀਏਸ਼ਨਸ ਐਂਡ ਐਂਗਲ ਆਫ ਇਮਰਜੈਂਸ। ਐਂਗਲ ਆਫ ਡੈਵੀਏਸ਼ਨਸ ਕੀ ਆ? ਜਿਹੜੀ ਇੰਸੀਡੈਂਟ ਰੇਜ਼ ਆਈ ਸੀ ਅਤੇ ਜਿਹੜੀ ਇਮਰਜੈਂਟ ਰੇਜ਼ ਆ ਉਹਦੇ ਵਿੱਚ ਜਿਹੜਾ ਵਨ ਵਾਲਾ ਐਂਗਲ ਆ ਉਹਨੂੰ ਬੋਲਦੇ ਐਂਗਲ ਆਫ ਡੈਵੀਏਸ਼ਨ। ਐਂਗਲ ਬਿਟਵੀਨ ਦਾ ਇੰਸੀਡੈਂਟ ਰੇਜ਼ ਐਂਡ ਇਮਰਜੈਂਟ ਰੇਜ਼ ਇਜ਼ ਨੋਨ ਐਜ਼ ਐਂਗਲ ਆਫ ਡੈਵੀਏਸ਼ਨਸ। ਇਹ ਧਿਆਨ ਨਾਲ ਸਮਝ ਲਓ, ਥੱਲੇ ਇਸ ਵਿੱਚ ਡਿਟੇਲ 'ਚ ਦੱਸਿਆ ਹੋਇਆ। ਵੈਨ ਏ ਰੇ ਆਫ ਲਾਈਟ passes through a glass prism, it gets bent twice at the air glass interface and glass air interface. The emergent ray is deviated by an angle to the incident ray. The angle is called angle of deviations. ਇਸ ਵਿੱਚ ਇਸ ਤਰ੍ਹਾਂ ਵੀ ਦੱਸਿਆ ਹੋਇਆ ਜਿੱਦਾਂ ਆਪਾਂ ਦੱਸ ਸਕਦੇ ਹਾਂ, ਤਾਂ emergent ray ਤੋਂ ਲੈ ਕੇ angle of deviation ਤੱਕ, ਜਾਂ ਤੁਸੀਂ ਜਿੱਦਾਂ ਨੋਟ ਕਰ ਲਓ ਇੱਦਾਂ ਵੀ ਲਿਖ ਸਕਦੇ ਹਾਂ। The angle between the incident rays and emergent ray is known as angle of deviation. ਇਹ ਤੁਸੀਂ ਸੌਖੇ ਤਰੀਕੇ ਨਾਲ ਇੱਦਾਂ ਯਾਦ ਕਰ ਸਕਦੇ ਹੋ। ਸਫੇਦ ਪ੍ਰਕਾਸ਼ ਦਾ ਕੱਚ ਦੇ ਪ੍ਰਿਜ਼ਮ ਰਾਹੀਂ ਵਰਣ ਵਿਖੇਪਣ, ਜਾਂ ਵਰਣ ਵਿਖੇਪਣ ਕਿਸ ਨੂੰ ਕਹਿੰਦੇ ਹਨ? ਜਦੋਂ ਇੱਕ ਸਫੇਦ ਪ੍ਰਕਾਸ਼ ਕਿਰਨ ਇੱਕ ਕੱਚ ਦੇ ਪ੍ਰਿਜ਼ਮ ਵਿੱਚੋਂ ਲੰਘਦੀ ਹੈ ਤਾਂ ਉਹ 7 ਰੰਗਾਂ ਦੀ ਪੱਟੀ ਵਿੱਚ ਖਿੰਡ ਜਾਂਦੀ ਹੈ, ਜਿਸ ਨੂੰ ਸਪੈਕਟਰਮ ਕਹਿੰਦੇ ਹਨ। ਇਸ ਨੂੰ ਚਿੱਟੇ ਪ੍ਰਕਾਸ਼ ਦਾ ਵਿਖੇਪਣ ਕਹਿੰਦੇ ਹਨ। ਇਸ ਸਪੈਕਟਰਮ ਵਿੱਚ ਬੈਂਗਣੀ ਜਾਂ ਜਾਮਣੀ, ਨੀਲਾ, ਹਰਾ, ਪੀਲਾ, ਸੰਤਰੀ ਅਤੇ ਲਾਲ ਰੰਗ ਹੁੰਦੇ ਹਨ, ਜਿਸ ਵਿੱਚੋਂ ਲਾਲ ਰੰਗ ਸਭ ਤੋਂ ਘੱਟ ਅਤੇ ਬੈਂਗਣੀ ਰੰਗ ਸਭ ਤੋਂ ਜ਼ਿਆਦਾ ਝੁਕਦਾ ਹੈ। ਉੱਪਰ ਦੇਖੋ ਲਾਲ ਰੰਗ ਹੈ ਬੇਬੀ ਗੁਆਇਰ ਦੇ ਵਿੱਚ ਸਪੈਕਟਰਮ ਜਿਹੜਾ ਬਣਿਆ ਹੋਇਆ ਹੈ, ਅਤੇ ਬੈਂਗਣੀ ਰੰਗ ਵੀ ਵਾਇਲਟ ਸਭ ਤੋਂ ਨੀਚੇ ਹੈ। ਇੰਗਲਿਸ਼ ਵਿੱਚ ਵੈਨ ਏ ਵੀਮ ਆਫ ਲਾਈਟ is passed through a glass prism, it split up into a band of colors called spectrum. This is called dispersion of white light. The spectrum of white light has the colors violet, indigo, blue, green, yellow, orange and red. Bib Guire. The red light bends the least ਐਂਡ ਵਾਇਲਟ ਲਾਈਟ ਵੈਂਡਸ ਦਾ ਮੋਸਟ। ਤੁਸੀਂ ਡਾਇਗਰਾਮ ਵਿੱਚ ਉੱਪਰ ਦੇਖ ਸਕਦੇ ਹੋ, ਜਿਹੜਾ ਉੱਪਰ ਆਰ ਹੈ ਅਤੇ ਸਭ ਤੋਂ ਨੀਚੇ ਜੋ ਜ਼ਿਆਦਾ ਵੈਂਡ ਹੁੰਦਾ ਹੈ ਉਹ ਵੀ ਹੈ ਵਾਇਲਟ। ਡਿਸਪਰਸ਼ਨ ਆਫ ਲਾਈਟ ਭਾਵ ਚਿੱਟੇ ਪ੍ਰਕਾਸ਼ ਦਾ ਵਿਖੇਪਣ ਇਸ ਡਾਇਗਰਾਮ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਦੱਸਿਆ ਗਿਆ। ਦੇਖੋ ਗਲਾਸ ਦੀ ਇੱਕ ਪ੍ਰਿਜ਼ਮ ਆ, ਉਹਦੇ ਵਿੱਚੋਂ ਵਾਈਟ ਲਾਈਟ ਆਈ ਆ, ਠੀਕ ਹੈ ਸਾਡਾ, ਕਿਉਂਕਿ ਸਾਨੂੰ ਪਤਾ ਕਿ ਲਾਈਟ ਜਿਹੜਾ ਉਹਦਾ ਕਲਰ ਆਪਣਾ ਵਾਈਟ ਹੀ ਆ। ਜਦੋਂ ਜਿੱਦਾਂ ਪ੍ਰਿਜ਼ਮ ਵਿੱਚੋਂ ਜਾਂ ਕਿਸੇ ਚੀਜ਼ ਵਿੱਚੋਂ ਲੰਘਦੀ ਆ ਤਾਂ ਉਸ ਦੇ ਹਿਸਾਬ ਨਾਲ ਉਹਦੇ ਜਿਹੜੇ ਐਂਗਲ ਅਲੱਗ-ਅਲੱਗ ਐਂਗਲ 'ਤੇ ਜਿਹੜਾ ਉਹਦੀ ਆ ਇਮਰਜੈਂਟ ਰੇਜ਼ ਜਿਹੜੀ ਆ ਉਹ ਜਾਂ ਰਿਫਲੈਕਟਡ ਰੇ ਆ ਅਲੱਗ-ਅਲੱਗ ਐਂਗਲ 'ਤੇ ਝੁਕਦੀਆਂ ਆ। ਹੁਣ ਆਪਾਂ ਦੇਖਦੇ ਹਾਂ
ਜਿਹੜੀ ਇੰਸੀਡੈਂਟ ਰੇਟ ਭਾਵ ਵਾਈਟ ਜਿਹੜੀ ਰੇਜ਼ ਆ ਉਹ ਲਾਈਟ ਸਿੱਧੀ ਜਾਣੀ ਚਾਹੀਦੀ ਸੀ, ਪਰੰਤੂ ਸਿੱਧਾ ਜਾਣ ਦੀ ਬਜਾਏ ਉਹ ਜਿਹੜਾ ਪ੍ਰਿਜ਼ਮ ਵਿੱਚੋਂ ਐਂਟਰ ਹੋਣ ਤੋਂ ਬਾਅਦ ਉਹ ਇੱਕ ਸਾਈਡ ਨੂੰ ਵੈਂਡ ਹੋ ਗਈ। ਇਮਰਜੈਂਟ ਰੇਜ਼ ਜਿਹੜੀ ਨਿਕਲੀ ਸਭ ਤੋਂ ਉੱਪਰ ਰੈੱਡ ਹੈ, ਫਿਰ ਉਸ ਤੋਂ ਜ਼ਿਆਦਾ ਵੈਂਡ ਹੋਏਗੀ ਔਰੇਂਜ, ਉਸ ਤੋਂ ਜ਼ਿਆਦਾ ਵੈਂਡ ਹੋਏਗੀ ਯੈਲੋ, ਉਸ ਤੋਂ ਜ਼ਿਆਦਾ ਗਰੀਨ, ਉਸ ਤੋਂ ਜ਼ਿਆਦਾ ਬਲੂ, ਦੈਨ ਇੰਡੀਗੋ, ਅਤੇ ਸਭ ਤੋਂ ਜ਼ਿਆਦਾ ਜਿਹੜੀ ਵੈਂਡ ਹੁੰਦੀ ਹੈ ਉਹ ਵਾਇਲਟ ਹੈ। ਇਸ ਕਰਕੇ ਜਿਹੜੀ ਆ ਵਾਇਲਟ ਜਿਹੜੀ ਆ ਉਹ ਜ਼ਿਆਦਾ ਝੁਕਦੀ ਆ ਅਤੇ ਰੈੱਡ ਜਿਹੜਾ ਘੱਟ ਝੁਕਦਾ ਹੈ। ਚਿੱਟੇ ਪ੍ਰਕਾਸ਼ ਦੇ ਸਪੈਕਟਰਮਾਂ ਦਾ ਮੋੜ ਮਿਲਣਾ। ਜਦੋਂ ਇੱਕ ਚਿੱਟੇ ਪ੍ਰਕਾਸ਼ ਦੀ ਕਿਰਨ ਇੱਕ ਕੱਚ ਦੇ ਪ੍ਰਿਜ਼ਮ ਵਿੱਚੋਂ ਲੰਘਦੀ ਹੈ ਤਾਂ ਇਹ 7 ਰੰਗਾਂ ਵਿੱਚ ਖਿੰਡ ਜਾਂਦਾ ਹੈ, ਪਰੰਤੂ ਜੇਕਰ ਇਹ ਰੰਗਾਂ ਨੂੰ ਉਲਟੇ ਪ੍ਰਿਜ਼ਮ ਵਿੱਚੋਂ ਲੰਘਾਈਏ ਤਾਂ ਇਹ ਮਿਲ ਕੇ ਦੁਬਾਰਾ ਚਿੱਟਾ ਪ੍ਰਕਾਸ਼ ਬਣ ਜਾਂਦੇ ਹਨ। ਰੀਕੰਬੀਨੇਸ਼ਨ ਆਫ ਦਾ ਸਪੈਕਟਰਮ ਆਫ ਵਾਈਟ ਲਾਈਟ ਪ੍ਰੋਡਿਊਸਿਸ ਵਾਈਟ ਲਾਈਟ। ਦੇਖੋ ਡਾਇਗਰਾਮ ਵਿੱਚ ਜਦੋਂ ਆਪਾਂ ਵਾਈਟ ਲਾਈਟ ਆਈ ਫਸਟ ਪ੍ਰਿਜ਼ਮ ਵਿੱਚੋਂ ਉਹ 7 ਕਲਰ ਵਿੱਚ ਸਪਲਿਟ ਹੋ ਗਈ, ਠੀਕ ਹੈ। 7 ਜਦੋਂ ਆਪਾਂ ਇਨਵਰਟਡ ਭਾਵ ਉਲਟ ਪ੍ਰਿਜ਼ਮ ਵਿੱਚੋਂ ਇਸ ਨੂੰ ਫਿਰ ਲੰਘਾਇਆ ਤਾਂ ਫਿਰ ਉਹ ਵਾਈਟ ਲਾਈਟ ਬਣ ਗਈ। ਵੈਨ ਦ ਬੀਮ ਆਫ ਵਾਈਟ ਲਾਈਟ is passed through a glass prism, it is split up into its component colors. When these colors are allowed to fall on an inverted glass prism, it recombines to produce white light. ठीक है, इस तरह ਆਪਾਂ ਫਿਰ ਦੁਬਾਰਾ ਜੇ ਸਾਨੂੰ ਕੁਐਸਚਨ ਆ ਜਾਵੇ ਕਿ ਵਾਈਟ ਲਾਈਟ ਨੂੰ ਜਦੋਂ ਪ੍ਰਿਜ਼ਮ ਵਿੱਚ ਹੀ ਲਗਾਉਂਦੇ ਆ ਉਹ 7 ਕਲਰ ਵਿੱਚ ਟੁੱਟ ਜਾਂਦੀ ਆ ਤਾਂ ਉਸ 7 ਕਲਰਸ ਨੂੰ ਫਿਰ ਆਪਾਂ ਵਾਈਟ ਲਾਈਟ ਵਿੱਚ ਕਿਵੇਂ ਕਨਵਰਟ ਕਰ ਸਕਦੇ ਹਾਂ, ਤਾਂ ਆਪਾਂ ਦੱਸਣਾ ਹੈ ਕਿ ਮੋਰੇ ਜੋ ਉਲਟ ਪ੍ਰਿਜ਼ਮ ਨੂੰ ਰੱਖ ਕੇ ਆਪਾਂ ਫਿਰ ਦੁਬਾਰਾ ਵਾਈਟ ਲਾਈਟ ਜਿਹੜੀ ਆ ਉਹ ਪ੍ਰਾਪਤ ਕਰ ਸਕਦੇ ਹਾਂ। ਸਤਰੰਗੀ ਪੀਂਘ ਦਾ ਬਣਨਾ। ਇੱਕ ਸਤਰੰਗੀ ਪੀਂਘ ਇੱਕ ਕਿਸਮ ਦਾ ਸਪੈਕਟਰਮ ਹੈ ਅਸਮਾਨ ਵਿੱਚ ਮੀਂਹ ਤੋਂ ਬਾਅਦ ਜੋ ਦਿਖਦਾ ਹੈ। ਇਸ ਦਾ ਕਾਰਨ ਸੂਰਜੀ ਪ੍ਰਕਾਸ਼ ਦਾ ਵਾਯੂਮੰਡਲ ਵਿੱਚ ਮੌਜੂਦ ਪਾਣੀ ਦੀਆਂ ਬੂੰਦਾਂ ਦੁਆਰਾ ਵਿਖੇਪਣ ਹੋ ਜਾਣਾ ਹੈ। ਇਹ ਪਾਣੀ ਦੀਆਂ ਬੂੰਦਾਂ ਛੋਟੇ ਪ੍ਰਿਜ਼ਮ ਵਾਂਗ ਕੰਮ ਕਰਦੀਆਂ ਹਨ ਅਤੇ ਸੂਰਜ ਪ੍ਰਕਾਸ਼ ਦਾ ਪਹਿਲਾਂ ਵਿਖੇਪਣ ਤੋਂ ਅਪਵਰਤਨ ਕਰਕੇ ਫਿਰ ਪਰਾਵਰਤਨ ਅਤੇ ਅੰਤਮ ਵਿੱਚ ਅਪਵਰਤਨ ਕਰਦੇ ਹਨ। ਜਦੋਂ ਪ੍ਰਕਾਸ਼ ਬੂੰਦ ਵਿੱਚੋਂ ਬਾਹਰ ਆਉਂਦਾ ਹੈ ਉਦੋਂ ਅਸੀਂ ਸਤਰੰਗੀ ਪੀਂਘ ਸੂਰਜੀ ਪ੍ਰਕਾਸ਼ ਦੇ ਵਿਖੇਪਣ ਅਤੇ ਅੰਦਰੂਨੀ ਪਰਿਵਰਤਨ ਕਾਰਨ ਵੇਖਦੇ ਹਾਂ। ਇਸ ਦੇ 2 ਕਾਰਨ ਇਸ ਸਤਰੰਗੀ ਪੀਂਘ ਬਣਨ ਦੇ, ਇੱਕ ਪ੍ਰਕਾਸ਼ ਦਾ ਵਿਖੇਪਣ ਅਤੇ ਦੂਜਾ ਅੰਦਰੂਨੀ ਪਰਿਵਰਤਨ। ਰੇਨਬੋ ਫਾਰਮੇਸ਼ਨ। ਰੇਨਬੋ ਫਾਰਮੇਸ਼ਨ ਜਿਹੜਾ ਹੁੰਦਾ ਆ ਉਹਦੇ ਵਿੱਚ ਦੇਖੋ ਸਾਡਾ ਡਾਇਗਰਾਮ ਬਣਿਆ ਹੋਇਆ, ਇਹਦੇ ਵਿੱਚ ਕਲੀਅਰ ਇੱਕ ਵਾਟਰ ਡ੍ਰੌਪਲੈਟਸ ਵਿੱਚੋਂ ਕਿਸ ਤਰ੍ਹਾਂ ਪ੍ਰਿਜ਼ਮ ਵਾਂਗ ਕੰਮ ਕਰਦਾ ਅਤੇ 7 ਕਲਰ ਵਿੱਚ ਸਪੈਕਟਰਮ ਬਣਦਾ ਆ ਉਹ ਦਿਖਾਇਆ ਗਿਆ ਹੈ। ਹੇਠਾਂ ਲਿਖਿਆ ਗਿਆ ਹੈ, ਪੜ੍ਹੋ ਧਿਆਨ ਨਾਲ ਦੇਖੋ। ਇਹ ਰੇਨਬੋ ਇਜ਼ ਏ ਨੈਚੁਰਲ ਸਪੈਕਟਰਮ ਅਪੀਅਰਿੰਗ ਇਨ ਦਾ ਸਕਾਈ ਆਫਟਰ ਏ ਰੇਨ ਸ਼ੋਅਰ। ਇਟ ਇਜ਼ caused by the dispersions of sunlight by water droplets present in the atmosphere. The water droplets act like small prism. They refract and disperse the sunlight, then reflect it internally and finally reflect it again. When it comes out of the raindrops, due to the dispersion of sunlight and internal reflection by the water droplets, we see the rainbow colors. Formation of rainbow। ਸਤਰੰਗੀ ਪੀਂਘ ਦਾ ਬਣਨਾ। ਦੇਖੋ ਸਾਡੇ ਆ ਬਣਿਆ ਹੋਇਆ ਤੁਹਾਨੂੰ ਸਤਰੰਗੀ ਪੀਂਘ ਦਿਖਾਈ ਗਈ ਆ, ਇਹਦੇ ਵਿੱਚ 7 ਕਲਰ, ਉੱਪਰ ਰੈੱਡ ਆ ਅਤੇ ਹੇਠਾਂ ਜਿਹੜਾ ਆ ਵਾਇਲਟ ਕਲਰ ਦਿਖਾਇਆ ਗਿਆ ਹੈ, ਠੀਕ ਹੈ। ਅਤੇ ਆਪਾਂ ਦੇਖੋ ਬਿਲਕੁਲ ਕਲੀਅਰ ਸਾਨੂੰ ਜਿਹੜੀ ਸਤਰੰਗੀ ਪੀਂਘ ਸਾਨੂੰ ਦਿਖਾਈ ਦੇ ਰਹੀ ਹੈ। ਵਾਯੂਮੰਡਲੀ ਅਪਵਰਤਨ। ਵਾਯੂਮੰਡਲੀ ਅਪਵਰਤਨ ਦਾ ਕਾਰਨ ਵਾਯੂਮੰਡਲ ਦੇ ਸਪੇਕਕ ਅਪਵਰਤਨ ਅੰਕ ਦਾ ਬਦਲ ਜਾਣਾ ਹੈ। ਵਾਯੂਮੰਡਲ ਦਾ ਅਪਵਰਤਨ ਅੰਕ ਜ਼ਮੀਨ ਦੀ ਸਤ੍ਹਾ ਵੱਲ ਵੱਧਦਾ ਹੈ ਕਿਉਂਕਿ ਉੱਪਰਲੀ ਗਰਮ ਹਵਾ ਥੱਲੇ ਵਾਲੀ ਠੰਡੀ ਹਵਾ ਨਾਲੋਂ ਹਲਕੀ ਹੁੰਦੀ ਹੈ। ਇਸ ਲਈ ਪ੍ਰਕਾਸ਼ ਹੌਲੀ ਹੌਲੀ ਲੰਬ ਵੱਲ ਝੁਕਦਾ ਹੈ ਅਤੇ ਇਸ ਲਈ
ਤਾਰਿਆਂ ਦੀ ਵਾਸਤਵਿਕ ਸਥਿਤੀ ਜਾਪਦੀ ਸਥਿਤੀ ਤੋਂ ਵੱਖਰੀ ਹੁੰਦੀ ਹੈ। ਐਟਮੋਸਫੀਅਰਿਕ ਰਿਫਰੈਕਸ਼ਨਸ ਆਪਾਂ ਦੇਖਦੇ ਹਾਂ ਕਿ ਇਹਦੇ ਵਿੱਚ ਸਟਾਰ ਜੋ ਹੈ, ਤਾਰੇ ਹੈ, ਐਪੀਰੈਂਟ ਰਿਫਲੈਕਸ਼ਨ ਅਤੇ ਰੀਅਲ ਪੋਜੀਸ਼ਨ ਦੇ ਵਿੱਚ ਫ਼ਰਕ ਆ ਦਿਖਾਈ ਦੇ ਰਿਹਾ ਸਾਨੂੰ। ਇਸ ਦਾ ਕਾਰਨ ਥੱਲੇ ਆਪਾਂ ਦੇਖਦੇ ਹਾਂ, ਐਟਮੋਸਫੀਅਰਿਕ ਰਿਫਰੈਕਸ਼ਨ ਇਜ਼ ਡਿਊ ਟੂ ਦਾ ਗ੍ਰੈਜੂਅਲ ਚੇਂਜ ਇਨ ਦਾ ਰਿਫਰੈਕਟਿਵ ਇੰਡੈਕਸ ਆਫ ਦਾ ਐਟਮੋਸਫੀਅਰ। ਦਾ ਰਿਫਰੈਕਟਿਵ ਇੰਡੈਕਸ ਆਫ ਦਾ ਅਰਥ the refractive index of the atmosphere gradually increases toward the surface of the earth because the hot air above the less dense than the cool air below. So light gradually bends towards the normal, so the real position of the star is different from the apparent positions. ਤਾਰਿਆਂ ਵਾਸਤਵਿਕ ਅਤੇ ਜਾਪਦੀ ਸਥਿਤੀ ਭਾਵ ਕਿ ਐਪੀਰੈਂਟ ਸਟਾਰ ਪੋਜੀਸ਼ਨ ਅਤੇ ਐਕਚੁਅਲ ਰੀਅਲ ਉਹਦੀ ਜਿਹੜੀ ਸਟਾਰ ਦੀ ਪੋਜੀਸ਼ਨ ਆ, ਇਹਦੇ ਵਿੱਚ ਡਾਇਗਰਾਮ ਵਿੱਚ ਦੱਸਿਆ ਹੋਇਆ ਹੈ। ਅਸੀਂ ਦੇਖਿਆ ਸੀ ਕਿ ਜਿਵੇਂ ਜਿਵੇਂ ਧਰਤੀ ਦੇ ਥੱਲੇ ਨੂੰ ਆਉਂਦੇ ਆਪਾਂ, ਰਿਫਰੈਕਟਿਵ ਇੰਡੈਕਸ ਉਹਦਾ ਇਨਕਰੀਜ਼ ਹੁੰਦਾ ਆ ਅਤੇ ਉੱਪਰ ਨੂੰ ਜਾਣ ਨਾਲ ਜਿਹੜਾ ਰਿਫਰੈਕਟਿਵ ਇੰਡੈਕਸ ਜਿਹੜਾ ਆ ਉਹ ਡਿਕਰੀਜ਼ ਹੁੰਦਾ ਆ। ਦੇਖੋ ਰੇਜ਼ ਸਟਾਰ, ਇਸੇ ਕਾਰਨ ਹੀ ਜਿਹੜਾ ਰਿਫਰੈਕਟਿਵ ਇੰਡੈਕਸ ਦੇ ਚੇਂਜ ਹੋਣ ਕਰਕੇ ਹੀ ਜਿਹੜੇ ਸਾਨੂੰ ਸਟਾਰ ਦੀ ਜਿਹੜੀ ਪੋਜੀਸ਼ਨ ਆ ਐਕਚੁਅਲ ਤੋਂ ਐਪੀਰੈਂਟ ਜਿਹੜੀ ਸਟਾਰ ਦੀ ਪੋਜੀਸ਼ਨ ਦਿਖਾਈ ਦਿੰਦੀ ਹੈ। ਇਸ ਦਾ ਮੇਨ ਮੁੱਖ ਕਾਰਨ ਕੀ ਆ, ਰਿਫਰੈਕਟਿਵ ਇੰਡੈਕਸ ਜਿਹੜਾ ਕਹਿਣਾ ਜਦੋਂ ਧਰਤੀ ਦੇ ਥੱਲੇ ਵੱਲ ਨੂੰ ਜਾਂਦੇ ਆ ਤਾਂ ਇਨਕਰੀਜ਼ ਹੁੰਦਾ ਆ ਅਤੇ ਜਦੋਂ ਉੱਪਰ ਵੱਲ ਨੂੰ ਜਾਂਦੇ ਆ ਤਾਂ ਉਹ ਡਿਕਰੀਜ਼ ਹੁੰਦਾ ਹੈ। ਟਵਿੰਕਲਿੰਗ ਆਫ ਸਟਾਰਸ ਭਾਵ ਤਾਰੇ ਕਿਉਂ ਟਿਮਟਮਾਉਂਦੇ ਹਨ। ਤਾਰੇ ਟਿਮਟਮਾਉਂਦੇ ਹਨ, ਇਹਨਾਂ ਦਾ ਕਾਰਨ ਮੁੱਖ ਹੈ ਪ੍ਰਕਾਸ਼ ਦੇ ਅਪਵਰਤਨ ਕਾਰਨ ਹੁੰਦਾ ਹੈ ਅਤੇ ਇਸ ਦਾ ਕਾਰਨ ਤਾਰਿਆਂ ਦੀ ਸਥਿਤੀ ਬਦਲਣ ਕਰਕੇ ਅਤੇ ਵਾਯੂਮੰਡਲ ਦੀ ਪਰਤਾਂ ਦੀ ਗਤੀ ਕਰਕੇ ਹੈ। ਇਸ ਲਈ ਤਾਰਿਆਂ ਦੀ ਰੋਸ਼ਨੀ ਕਦੇ ਵੱਧ ਕਦੇ ਘੱਟ ਜਾਪਦੀ ਹੈ, ਇਸ ਲਈ ਇਹ ਟਿਮਟਮਾਉਂਦੇ ਹਨ। The twinkling of the star is due to the atmospheric refraction of starlight and due to the changing in the position of the stars and movement of the layers of the atmosphere. So the light from the star is sometimes brighter and sometimes fainter and it appears to be twinkle। ਕਿਉਂਕਿ ਸਾਨੂੰ ਪਤਾ ਹੈ ਕਿ ਜਿਹੜੇ ਤਾਰੇ ਟਿਮਟਮਾਉਂਦੇ ਕਿਉਂ ਦਿਖਾਈ ਦਿੰਦੇ ਆ, ਕਿਉਂਕਿ ਕਿਤੇ ਕਿਤੇ ਸਾਡਾ ਜਿਹੜਾ ਐਟਮੋਸਫੀਅਰ ਆ ਉਹ ਡੈਂਸਰ ਹੋ ਜਾਂਦਾ ਹੈ ਅਤੇ ਕਿਤੇ ਰੇਅਰਰ ਹੋ ਜਾਂਦਾ ਹੈ। ਜਦੋਂ ਉੱਪਰੋਂ ਸੂਰਜ ਤੋਂ ਆਉਂਦੀ ਆ ਪ੍ਰਕਾਸ਼ ਦੀ ਲਾਈਟ, ਸਨਲਾਈਟ ਆਉਂਦੀ ਆ ਤਾਂ ਉਹ ਵੱਖ-ਵੱਖ ਜਿਹੜੇ ਮੀਡੀਅਮਸ ਆ, ਕਿਤੇ ਲਾਈਟਰ ਆ ਕਿਤੇ ਡੈਂਸਰ ਆ, ਉਹਦੇ ਵਿੱਚ ਆਉਂਦੀ ਹੋਈ ਜਦੋਂ ਆਉਂਦੀ ਆ ਤਾਂ ਇਸ ਕਰਕੇ ਕਦੀ ਉਹ ਨੋਰਮਲ ਭਾਵ ਪਰਪੈਂਡੀਕੂਲਰ ਵੱਲ ਨੂੰ ਜਾਂਦੀ ਆ ਅਤੇ ਕਦੀ ਪਰਪੈਂਡੀਕੂਲਰ ਤੋਂ ਦੂਰ ਵੱਲ ਨੂੰ ਜਾਂਦੀ ਆ ਮੀਡੀਅਮ ਦੇ ਅਕੋਰਡਿੰਗ। ਇਸ ਕਰਕੇ ਉਹ ਸਾਨੂੰ ਤਾਰੇ ਟਿਮਟਮਾਉਂਦੇ ਦਿਖਾਈ ਦਿੰਦੇ ਹਨ। ਹਾਂਜੀ, ਇਸ ਵਿੱਚ ਆਪਾਂ ਦਿਖਾਇਆ, ਦੇਖੋ ਲਾਈਟ ਫਰੋਮ ਏ ਸਟਾਰ, ਵਾਈ ਡੂ ਸਟਾਰ ਟਵਿੰਕਲਸ। ਦੇਖੋ ਇਹਦੇ ਵਿੱਚ ਆਪਾਂ ਅਰਥ ਦੇ ਜੋ ਉੱਪਰ ਐਟਮੋਸਫੀਅਰ ਆ ਉਹਦੀ ਵੱਖ-ਵੱਖ ਲੇਅਰਸ ਦਿਖਾਈ ਆ ਅਤੇ ਕਿਉਂਕਿ ਉਹਦੇ ਵਿੱਚ ਐਟਮੋਸਫੀਅਰ ਕਿਤੇ ਹੌਟ ਆ ਕਿਤੇ ਕੋਲਡ ਆ, ਇਸ ਕਰਕੇ ਜਿਹੜਾ ਕੋਲਡ ਹੋਏਗਾ ਉਹ ਡੈਂਸਰ ਹੋਏਗਾ ਅਤੇ ਜਿਹੜਾ ਹੌਟ ਆ ਉਹ ਰੇਅਰਰ ਹੋਏਗਾ। ਉਹਦੇ ਕਰਕੇ ਕੀ ਆ, ਜਿਹੜੀ ਲਾਈਟ ਆ ਜਦੋਂ ਰੇਅਰ ਮੀਡੀਅਮ ਵਿੱਚ ਆਏਗੀ ਤਾਂ ਅਵੇ ਫਰੋਮ ਦਾ ਨੋਰਮਲ ਹੋਏਗੀ ਭਾਵ ਪਰਪੈਂਡੀਕੂਲਰ ਤੋਂ ਅਵੇ ਹੋਏਗਾ ਅਤੇ ਜਦੋਂ ਉਹ ਡੈਂਸਰ ਮੀਡੀਅਮ 'ਤੇ ਜਾਏਗੀ ਵੈਨ ਟੂਵਰਡ ਦਾ ਪਰਪੈਂਡੀਕੂਲਰ। ਇਸ ਕਰਕੇ ਜਿਹੜਾ ਹੈ ਸਾਨੂੰ ਲਾਈਟ ਰੇ ਕਦੀ ਅਵੇ ਫਰੋਮ ਦਾ ਨੋਰਮਲ ਕਦੀ ਟੂਵਰਡਸ ਦਾ ਨੋਰਮਲ ਹੁੰਦੀ ਆ ਅਤੇ ਇਸ ਕਰਕੇ ਜਿਹੜਾ ਲਾਈਟ ਆ ਸਾਨੂੰ ਜਿਗ ਜੈਗ ਆਉਂਦੀ ਹੋਈ ਦਿਖਾਈ ਦਿੰਦੀ ਆ ਅਤੇ ਇਸ ਕਰਕੇ ਸਾਨੂੰ ਟਵਿੰਕਲਿੰਗ ਆਫ ਸਟਾਰ ਭਾਵ ਰਾਤ ਨੂੰ ਤਾਰੇ ਟਿਮਟਮਾਉਂਦੇ ਦਿਖਾਈ ਦਿੰਦੇ ਹਨ। ਵਾਈ ਪਲੈਨਟਸ ਡੂ ਨੋਟ ਟਵਿੰਕਲ, ਗ੍ਰਹਿ ਕਿਉਂ ਨਹੀਂ ਟਿਮਟਮਾਉਂਦੇ। ਗ੍ਰਹਿ ਤਾਰਿਆਂ ਨਾਲੋਂ ਧਰਤੀ ਦੇ ਜ਼ਿਆਦਾ ਨੇੜੇ ਹੁੰਦੇ ਹਨ। ਤਾਰਿਆਂ ਦਾ ਪ੍ਰਕਾਸ਼ ਇੱਕ ਕਿਸਮ ਦਾ ਪ੍ਰਕਾਸ਼ ਬਿੰਦੂ ਸਰੋਤ ਹੈ, ਜਦ ਕਿ ਗ੍ਰਹਿ ਦਾ ਪ੍ਰਕਾਸ਼ ਇੱਕ ਵੱਡਾ ਪ੍ਰਕਾਸ਼ ਪੁੰਜ ਹੈ, ਜਿਸ ਕਾਰਨ ਗ੍ਰਹਿ ਵਿੱਚੋਂ ਨਿਕਲਣ ਵਾਲਾ ਪ੍ਰਕਾਸ਼ ਟਿਮਟਮਾਉਣ ਦੇ ਪ੍ਰਭਾਵ ਨੂੰ ਖਤਮ ਕਰ ਦਿੰਦਾ ਹੈ। ਕਿਉਂਕਿ ਗ੍ਰਹਿਆਂ ਦਾ ਇੱਕ ਤਾਂ ਆਪਣਾ ਪ੍ਰਕਾਸ਼ ਨਹੀਂ ਹੁੰਦਾ, ਸੂਰਜ ਦੇ ਪ੍ਰਕਾਸ਼ ਨੂੰ ਹੀ ਰਿਫਲੈਕਟ ਕਰਨਾ ਹੁੰਦਾ ਹੈ। ਦੂਜੇ ਨੰਬਰ 'ਤੇ ਉਹ ਸਾਡੇ ਗ੍ਰਹਿ ਜਿਹੜੇ ਧਰਤੀ 'ਤੇ ਨੇੜੇ ਹਨ, ਜਦ ਕਿ ਸੂਰਜ ਸਾਡੇ ਤੋਂ ਬਹੁਤ ਦੂਰ ਹੈ, ਇਸ ਕਰਕੇ ਉਹਦੇ ਵਿੱਚ ਬਹੁਤ ਵੱਡਾ ਐਟਮੋਸਫੀਅਰ ਆ ਜਾਂਦਾ ਹੈ, ਉਹਦੀਆਂ ਲੇਅਰਸ ਅਲੱਗ-ਅਲੱਗ ਆ ਜਾਂਦੀਆਂ, ਇਸ ਕਰਕੇ ਟਿਮਟਮਾਉਂਦੇ ਦਿਖਾਈ ਦਿੰਦੇ ਹਨ। ਜਦ ਕਿ ਪਲੈਨਟਸ ਜਿਹੜੇ ਗ੍ਰਹਿ ਆ ਇਹ ਸਾਡੇ ਧਰਤੀ ਦੇ ਨੇੜੇ ਹੋਣ ਕਰਕੇ ਸਾਨੂੰ ਟਿਮਟਮਾਉਂਦੇ ਦਿਖਾਈ ਨਹੀਂ ਦਿੰਦੇ। ਪਲੈਨਟਸ ਆਰ ਕਲੋਜ਼ਰ ਟੂ ਦਾ ਅਰਥ ਦੈਨ ਸਟਾਰਸ। The light from the stars are considered as point source of light and the light from the planets are considered as
extended source of light, so the light from the planets nullify the twinkling effect. Advanced sunrise and delayed sunset। अब सूरज ਦਾ ਪਹਿਲਾ ਨਿਕਲਣਾ ਅਤੇ ਦੇਰ ਨਾਲ ਛਿਪਣਾ। ਸੂਰਜ ਸਾਨੂੰ ਉੱਗਣ ਤੋਂ ਮਿੰਟ ਪਹਿਲਾਂ ਅਤੇ ਡੁੱਬਣ ਤੋਂ 2 ਮਿੰਟ ਬਾਅਦ ਤੱਕ ਨਜ਼ਰ ਆਉਂਦਾ ਹੈ। ਇਸ ਦਾ ਕਾਰਨ ਵਾਯੂਮੰਡਲੀ ਅਪਵਰਤਨ ਹੈ। ਇਸ ਦਾ ਕੀ ਕਾਰਨ ਹੈ? ਵਾਯੂਮੰਡਲੀ ਅਪਵਰਤਨ। ਦ ਸਨ ਇਜ਼ ਵਿਜ਼ੀਬਲ ਟੂ ਅਸ ਅਬਾਊਟ 2 minutes before sunrise and about 2 minutes after sunset due to atmospheric refraction। ਸੋ ਮੇਨ ਇਹਦਾ ਕਾਰਨ ਹੈ ਜਿਹੜਾ ਇਹ ਸਾਰਿਆਂ ਦਾ ਐਟਮੋਸਫੀਅਰਿਕ ਰਿਫਰੈਕਸ਼ਨ ਹੀ ਹੈ। ਜਿੰਨੇ ਮੇਨ ਸਾਨੂੰ ਆਪਾਂ ਦੇਖਿਆ ਸੀ ਪਿੱਛੇ ਸਤਰੰਗੀ ਪੀਂਘ ਬਣਦੀ ਸੀ, ਤਾਰਿਆਂ ਦਾ ਟਿਮਟਮਾਣਾ, ਠੀਕ ਹੈ, ਸੂਰਜ ਦਾ ਪਹਿਲੇ ਨਿਕਲਣਾ ਅਤੇ ਛਿਪਣਾ, ਸਨਰਾਈਜ਼ ਡਿਲੇਡ ਹੋਣਾ ਜਾਂ ਸਨਰਾਈਜ਼ ਐਡਵਾਂਸ ਸਾਨੂੰ ਦਿਖਾਈ ਦੇਣਾ, ਇਹ ਸਾਰਿਆਂ ਦਾ ਮੇਨ ਕਾਰਨ ਕੀ ਆ? ਰਿਫਰੈਕਸ਼ਨ ਆਫ ਲਾਈਟ। ਮੇਨ ਇੱਕੋ ਮੇਨ ਮੁੱਖ ਆਨਸਰ ਹੈ ਰਿਫਰੈਕਸ਼ਨ ਆਫ ਲਾਈਟ। ਲੈਸਨ 11 ਦੇ ਅਧਿਆਏ ਅੰਦਰਲੇ ਪ੍ਰਸ਼ਨ। ਮਨੁੱਖੀ ਅੱਖ ਅਤੇ ਰੰਗ ਬਿਰੰਗਾ ਸੰਸਾਰ ਦੇ ਜੋ ਪੰਨਿਆਂ ਵਾਲੇ ਆ ਪੇਜ ਦੇ ਅੰਦਰ ਆ ਕੁਐਸਚਨ, ਉਹਨਾਂ ਦੇ ਆਨਸਰ ਸੋਲਵਡ। ਪ੍ਰਸ਼ਨ ਨੰਬਰ 1, ਮਨੁੱਖੀ ਅੱਖ ਦੀ ਅਨੁਕੂਲਨ ਸਮਰੱਥਾ ਤੋਂ ਕੀ ਭਾਵ ਹੈ? ਉੱਤਰ, ਨੇਤਰ ਲੈਂਜ ਦੀ ਉਹ ਸਮਰੱਥਾ ਜਿਸ ਦੇ ਕਾਰਨ ਉਹ ਆਪਣੀ ਫੋਕਸ ਦੂਰੀ ਨੂੰ ਵੱਧ ਜਾਂ ਘੱਟ ਕਰ ਲੈਂਦਾ ਹੈ, ਉਸ ਨੂੰ ਅਨੁਕੂਲਨ ਸਮਰੱਥਾ ਆਖਦੇ ਹਨ। ਪ੍ਰਸ਼ਨ ਨੰਬਰ 2, ਨਿਕਟ ਦ੍ਰਿਸ਼ਟੀ ਦੋਸ਼ ਦਾ ਕੋਈ ਵਿਅਕਤੀ 1.2 ਮੀਟਰ ਤੋਂ ਵੱਧ ਦੂਰੀ ਉੱਤੇ ਰੱਖੀਆਂ ਵਸਤੂਆਂ ਨੂੰ ਸਪਸ਼ਟ ਨਹੀਂ ਦੇਖ ਸਕਦਾ। ਇਸ ਦੋਸ਼ ਨੂੰ ਦੂਰ ਕਰਨ ਲਈ ਸਹੀ ਸੋਧਿਆ ਹੋਇਆ ਲੈਂਜ ਕਿਸ ਪ੍ਰਕਾਰ ਦਾ ਹੋਣਾ ਚਾਹੀਦਾ ਹੈ? ਉਹ ਹੈ ਅਵਤਲ ਲੈਂਜ। ਅਵਤਲ ਲੈਂਜ ਹੋਣਾ ਚਾਹੀਦਾ ਹੈ। ਪ੍ਰਸ਼ਨ ਨੰਬਰ 3, ਮਨੁੱਖੀ ਅੱਖ ਦੀ ਸਧਾਰਨ ਦ੍ਰਿਸ਼ਟੀ ਲਈ ਦੂਰ ਬਿੰਦੂ ਅਤੇ ਨਿਕਟ ਬਿੰਦੂ ਅੱਖ ਤੋਂ ਕਿੰਨੀ ਦੂਰ ਹੁੰਦੀ ਹੈ? ਮਨੁੱਖੀ ਅੱਖ ਦੀ ਸਧਾਰਨ ਦ੍ਰਿਸ਼ਟੀ ਲਈ ਦੂਰ ਦਰੇਡਾ ਬਿੰਦੂ ਜਿਹੜਾ ਅਨੰਤ 'ਤੇ ਹੁੰਦਾ ਹੈ ਅਤੇ ਨਿਕਟ ਬਿੰਦੂ 25 ਸੈਂਟੀਮੀਟਰ ਦੂਰ ਹੁੰਦਾ ਹੈ। ਪਰ ਨੇੜੇ ਤੋਂ ਆਪਾਂ ਸਾਫ਼ ਜਿਹੜੀ ਸਪਸ਼ਟ ਵਸਤੂਆਂ ਆਪਾਂ 25 ਸੈਂਟੀਮੀਟਰ ਦੇ ਲਗਭਗ ਦੇਖ ਸਕਦੇ ਹਾਂ ਅਤੇ ਦੂਰ ਦਰੇਡੇ ਜਿਹੜੇ ਵਸਤੂਆਂ ਉਹ ਅਨੰਤ ਤੱਕ ਦੇਖ ਸਕਦੇ ਹਾਂ। ਪ੍ਰਸ਼ਨ ਨੰਬਰ 4, ਆਖਰੀ ਕਤਾਰ ਵਿੱਚ ਬੈਠੇ ਵਿਦਿਆਰਥੀ ਨੂੰ ਬਲੈਕਬੋਰਡ ਪੜ੍ਹਨ ਵਿੱਚ ਕਠਿਨਾਈ ਹੁੰਦੀ ਹੈ। ਇਹ ਕਿਸ ਦ੍ਰਿਸ਼ਟੀ ਦੋਸ਼ ਤੋਂ ਪੀੜਤ ਹੈ ਅਤੇ ਕਿਸ ਪ੍ਰਕਾਰ ਠੀਕ ਕੀਤਾ ਜਾ ਸਕਦਾ ਹੈ? ਉੱਤਰ, ਵਿਦਿਆਰਥੀਆਂ ਨੂੰ ਦੂਰ ਪਈਆਂ ਵਸਤੂਆਂ ਬਲੈਕਬੋਰਡ ਸਾਫ਼ ਦਿਖਾਈ ਨਾ ਦੇਣ ਕਰਕੇ ਵਿਦਿਆਰਥੀ ਨਿਕਟ ਦ੍ਰਿਸ਼ਟੀ ਦੋਸ਼ ਤੋਂ ਪੀੜਤ ਹੈ। ਇਸ ਲਈ ਉਸ ਨੂੰ ਸਹੀ ਸਮਰੱਥਾ ਦੇ ਅਵਤਲ ਲੈਂਜ ਰਾਹੀਂ ਠੀਕ ਕੀਤਾ ਜਾ ਸਕਦਾ, ਭਾਵ ਉਸ ਨੂੰ ਅਵਤਲ ਲੈਂਜ ਵਾਲੀਆਂ ਐਨਕਾਂ ਲੱਗਣੀਆਂ ਚਾਹੀਦੀਆਂ ਹਨ। ਅਭਿਆਸ ਦੇ ਪ੍ਰਸ਼ਨ। ਪ੍ਰਸ਼ਨ ਨੰਬਰ 1, ਮਨੁੱਖੀ ਅੱਖ ਨੇਤਰ ਲੈਂਜ ਦੀ ਫੋਕਸ ਦੂਰੀ ਨੂੰ ਵਿਵਸਥਿਤ ਕਰਕੇ ਭਿੰਨ ਭਿੰਨ ਦੂਰੀਆਂ ਉੱਤੇ ਰੱਖੀਆਂ ਵਸਤੂਆਂ ਨੂੰ ਫੋਕਸਿਤ ਕਰ ਲੈਂਦਾ ਹੈ। ਅਜਿਹਾ ਹੋ ਸਕਣ ਦਾ ਕਾਰਨ ਹੈ ਨੰਬਰ ਏ 'ਤੇ ਹੈ ਜਰਾ ਦ੍ਰਿਸ਼ਟਤਾ, ਅਨੁਕੂਲਨ ਸਮਰੱਥਾ, ਨਿਕਟ ਦ੍ਰਿਸ਼ਟੀ ਦੋਸ਼ ਅਤੇ ਦੂਰ ਦ੍ਰਿਸ਼ਟਤਾ। ਇਸ ਦਾ ਉੱਤਰ ਹੈ ਅਨੁਕੂਲਨ ਸਮਰੱਥਾ। ਪ੍ਰਸ਼ਨ ਨੰਬਰ 2, ਮਨੁੱਖੀ ਅੱਖ ਜਿਸ ਭਾਗ ਉੱਤੇ ਕਿਸੇ ਵਸਤੂ ਦਾ ਪ੍ਰਤੀਬਿੰਬ ਬਣਾਉਂਦੀ ਹੈ ਉਹ ਹੈ ਉਸ ਦਾ ਕਿਸ ਭਾਗ ਉੱਤੇ? ਅਸੀਂ ਬੇਟੇ ਪਿੱਛੇ ਪੜ੍ਹ ਚੁੱਕੇ ਹਾਂ। ਉਹ ਜਿਹੜਾ ਪ੍ਰਤੀਬਿੰਬ ਹਮੇਸ਼ਾ ਰੈਟੀਨਾ 'ਤੇ ਬਣਦਾ ਹੈ, ਇਸ ਕਰਕੇ ਇਸ ਦਾ ਉੱਤਰ ਆਏਗਾ ਰੈਟੀਨਾ। ਨੰਬਰ 3, ਸਧਾਰਨ ਦ੍ਰਿਸ਼ਟੀ ਦੇ ਵਿਅਕਤੀ ਲਈ ਸਪਸ਼ਟ ਦਰਸ਼ਨ ਦੀ ਅਲਪਤਮ ਦੂਰੀ ਹੁੰਦੀ ਹੈ ਲਗਭਗ 25 ਸੈਂਟੀਮੀਟਰ। ਇਸ ਦਾ ਉੱਤਰ ਆਏਗਾ 25 ਸੈਂਟੀਮੀਟਰ, 25 ਸੈਂਟੀਮੀਟਰ। ਪ੍ਰਸ਼ਨ ਨੰਬਰ 4, ਨੇਤਰ ਲੈਂਜ ਦੀ ਫੋਕਸ ਦੂਰੀ ਵਿੱਚ ਪਰਿਵਰਤਨ ਕੀਤਾ ਜਾਂਦਾ ਹੈ ਕਿਸ ਦੁਆਰਾ? ਸੀਲੀਅਰੀ ਪੇਸ਼ੀਆਂ ਦੁਆਰਾ, ਭਾਵ ਸੀਲੀਅਰੀ ਮਸਲਸ ਦੁਆਰਾ। ਹੁਣ ਬੇਟੇ ਆਪਾਂ ਨੂਮੈਰੀਕਲ ਕਰਾਂਗੇ। ਪ੍ਰਸ਼ਨ ਨੰਬਰ 5, ਕਿਸੇ ਵਿਅਕਤੀ ਨੂੰ ਆਪਣੀ ਦੂਰ ਦੀ ਦ੍ਰਿਸ਼ਟੀ ਨੂੰ ਠੀਕ ਕਰਨ ਲਈ ਭਾਵ ਸੋਧਣ ਲਈ -5.5 ਡਾਇਓਪਟਰ ਸਮਰੱਥਾ ਦੇ ਲੈਂਜ ਦੀ ਫੋਕਸ ਲੈਂਜ ਦੀ ਲੋੜ ਹੈ। ਆਪਣੀ ਨਿਕਟ ਦੀ ਦ੍ਰਿਸ਼ਟੀ ਦੇ ਸੋਧਣ ਲਈ +1.5 ਡਾਇਓਪਟਰ ਸਮਰੱਥਾ ਵਾਲੇ ਲੈਂਜ ਦੀ ਜ਼ਰੂਰਤ ਹੈ। ਹੇਠ ਲਿਖਿਆ ਸੋਧ ਦੇ ਲੋੜੀਂਦੇ ਲੈਂਜ ਦੀ ਫੋਕਸ ਦੂਰੀ ਕੀ ਹੋਵੇਗੀ? ਹਾਂਜੀ ਬੇਟੇ, ਆਪਾਂ ਫੋਕਸ ਦੂਰੀ ਬਰਾਬਰ ਹੁੰਦਾ ਹੈ 1/P। 1 ਭਾਵ ਪਾਵਰ ਆਫ ਲੈਂਸ, ਭਾਵ ਲੈਂਜ ਦੀ ਸ਼ਕਤੀ, 1 ਲੈਂਜ ਦੀ ਸ਼ਕਤੀ ਫੋਕਸ ਦੂਰੀ ਦਾ ਫਾਰਮੂਲਾ ਆ। ਅਤੇ ਲੈਂਜ ਦੀ ਸ਼ਕਤੀ ਸਾਨੂੰ ਉੱਪਰ ਦਿੱਤੀ ਹੋਈ ਆ 5.5 ਡਾਇਓਪਟਰ, ਠੀਕ ਹੈ, ਮਾਈਨਸ
तो ये हिसाब नाल आपां सॉल्व किया तो ये जी लेंस की फोकस दूरी आई दूर दृष्टि लई ये आई -1.18 मीटर। ठीक है, इसी तरह निकट दृष्टि वाला कढ़ लांगे आपां। लेंस की फोकस दूरी बराबर 1/P आ, P कितना दिता +1.5 डाईऑप्टर। इस तरह आपां उहदी जिहड़ी प्लस दे विच साडा आंसर आएगा निकट दृष्टि दोष लई प्लस। ठीक है, तो आप इस फार्मूले के हिसाब नाल सवाल कढ़ लांगे। अगे प्रश्न नंबर 6, किसी निकट दृष्टि दोष वाले व्यक्ति का दूर बिंदु अख के सामने 80 सेंटीमीटर दूरी उत्ते है। इस दोष नूं सोधण लई लोड़ींदे लेंस की प्रकृति और समर्था की होवेगी। वस्तु की दूरी भाव सधारण अख लई दूर बिंदु है बराबर साडा यू जिहनूं कहने आपां ये अनंत उत्ते हुंदा आ ते प्रतिबिंब की दूरी दोष वाली अख का दूर बिंदु बराबर है -80 मीटर। ठीक है, तो जी फोकस दूरी आ वो एफ आप पता करनी आ। लेंस फार्मूले अनुसार 1/V - 1/U = 1/F आ। ठीक है, तो ये फार्मूले सानू V दिता है -80 तो U जोड़ा आ वो आप इनफिनिटी आ भाव अनंत आ, इस करके 1/F। तो जो आप 1/F कढ़ांगे ये बराबर अगे सॉल्व करांगे तो साडा जिहड़ा आ जाएगा आंसर 1/F बराबर 1/-80। तो जिन्होंने F नूं आपां कर लांगे -80 सेंटीमीटर। ठीक है, तो ये बन जाऊगा मीटर लिए इनू 100 नाल डिवाइड कर लवांगे 0.8 मीटर। अगे हुण लेंस की शक्ति P बराबर सानू पता 1/F हुंदी है। F उत्ते आपां कढ़ लिया, इस करके ये आ जाऊगा 1/1/-0.8। ठीक है, तो 0.8 नूं आपां इहदे डेसीमल तोड़ ले 10/8 आ गया, भाव आंसर आ गया -1.25 डाईऑप्टर। इस लेंस की फोकस दूरी ऋणात्मक है, इसलिए लेंस अवतल लेंस होगा क्योंकि अवतल लेंस की जी फोकस दूरी ऋणात्मक होंगी आ तो उत्तल लेंस की धनात्मक होंगी आ। ठीक है, हाँ जी। प्रश्न नंबर 7, चित्र बना के दर्शाओ कि दूर दृष्टि दोष किमें संबंधित ठीक किया जाता है। एक दूर दृष्टि दोष वाली अख का निकट बिंदु 1 मीटर है। इस दोष नूं ठीक करने लई जरूरी लेंस की समर्था की होगी। मान लो कि आम अख का निकट बिंदु 25 सेंटीमीटर है। सानू पता है कि निकट बिंदु 25 सेंटीमीटर होंदा। ये देखो यू भी सानू देता है, वी भी आप कढ़ लिया दिता होया, तो एफ आप पता कर लेना सब तो पहले जिद्दां पहले किया सी। लेंस फार्मूले अनुसार सानू पता है 1/V - 1/U = 1/F। फिर जो वैल्यू पुट करांगे तो लेंस की जी शक्ति है साढ़े कोल पहले एफ जोड़ा आएगा साढ़े कोल वैल्यू आ गई। फिर आप P दे विच 1/F करके कढ़ लिया तो साढ़े कोल +3D आया, 3 डाईऑप्टर आंसर लेंस की जी शक्ति आ। ठीक है, इस लेंस की शक्ति जी लेंस की फोकस दूरी धनात्मक है, इसलिए जोड़ा आप उत्तल लेंस होएगा क्योंकि पिछे आप ऋणात्मक दूरी आई सी सानू पता लगा सी वो अवतल लेंस आ। जेकर आंसर जोड़ा किन्ने डाईऑप्टर साडा माइनस दे विच आंदा आ तो यदा मतलब की होएगा कि वो जोड़ा लेंस आ वो अवतल लेंस होएगा, भाव कनकेव लेंस होएगा। तो जेकर साडी प्लस दे विच जिस तरह इत्थे आई आ 3 डाईऑप्टर तो ये साडा की होएगा उत्तल लेंस। इसका कि चित्र बनाया गया देखो कि किस तरह आप उत्तल लेंस की ऐनक लगा के तो जोड़ा इस अपना दूर दृष्टि दोष उन्होंने आप ठीक कर लिया। ठीक है, उत्तल लेंस वाली ऐनक लगा के। प्रश्न नंबर 8, आम अख 25 सेंटीमीटर तो नेड़े रखिया वस्तुओं को क्यों नहीं देख सकती। सही ढंग नाल नहीं देख तो सकती, चलो क्लीयर जोड़ा सानू 25 सेंटीमीटर के लगभग सही दिसदा आ। इसका उत्तर मनुखी अख की अनुकूलन समर्था अनुसार उसका स्पष्ट दृष्टि का निकट बिंदु 25 सेंटीमीटर होंदा है। इसलिए जेकर असी 25 सेंटीमीटर तो नेड़े रख के होवे वस्तु नूं देखांगे तो नेत्र लेंस अपनी संपूर्ण अनुकूलन समर्था का प्रयोग करके भी वस्तु का स्पष्ट प्रतिबिंब रैटिना ते नहीं बना पाउंदा, इसलिए वस्तु स्पष्ट दिखाई नहीं दिंदी। दिसदी तो है पर क्लीयर देखने सानू लगभग 25 सेंटीमीटर दूरी जरूरी है। प्रश्न नंबर 9, जदों असी अख तो किसी वस्तु की दूरी बढ़ा देंदे हाँ तो अख विच प्रतिबिंब दूरी नूं की हुंदा है। अख विच प्रतिबिंब दूरी नूं की हुंदा है देखने आ, प्रतिबिंब की दूरी का की फर्क पैंदा। उत्तर सधारण दृष्टि वाले मनुख लई वस्तु की अख तो दूरी बढ़ाउण नाल भी नेत्र लेंस द्वारा ही बने प्रतिबिंब की दूरी ते कोई प्रभाव नहीं पैंदा, क्योंकि नेत्र लेंस वस्तु की हरेक स्थिति लई
ਅਨੁਕੂਲਨ ਸਮਰੱਥਾ ਦਾ ਪ੍ਰਯੋਗ ਕਰਕੇ ਪ੍ਰਤੀਬਿੰਬ ਰੈਟੀਨਾ ਤੇ ਹੀ ਬਣਾਉਂਦਾ ਹੈ। ਜੇਕਰ ਸਾਡੀ ਅੱਖ ਸਹੀ ਹੈ, ਅੱਖ ਸਾਡੀ ਤੰਦਰੁਸਤ ਹੈ, ਸਾਡਾ ਲੈਂਜ ਅੱਖ ਦੇ ਸਹੀ ਹਨ, ਤਾਂ ਪ੍ਰਤੀਬਿੰਬ ਰੈਟੀਨਾ ਤੇ ਹੀ ਬਣੇਗਾ। ਪ੍ਰਸ਼ਨ ਨੰਬਰ 9, ਜਦੋਂ ਅਸੀਂ ਅੱਖ ਤੋਂ ਕਿਸੇ ਵਸਤੂ ਦੀ ਦੂਰੀ ਵਧਾ ਦਿੰਦੇ ਹਾਂ ਤਾਂ ਅੱਖ ਵਿੱਚ ਪ੍ਰਤੀਬਿੰਬ ਦੂਰੀ ਨੂੰ ਕੀ ਹੁੰਦਾ ਹੈ? ਹਾਂਜੀ ਬੇਟੇ, ਪ੍ਰਸ਼ਨ ਆਪਾਂ ਪਿੱਛੇ ਕਰ ਚੁੱਕੇ ਹਾਂ ਕਿ ਇਹ ਰਿਪੀਟ ਹੋ ਗਿਆ ਸਾਡਾ, ਹੈ ਨਾ। ਪ੍ਰਸ਼ਨ ਨੰਬਰ 10, ਤਾਰੇ ਕਿਉਂ ਟਿਮਟਿਮਾਉਂਦੇ ਹਨ? ਉੱਤਰ, ਤਾਰੇ ਧਰਤੀ ਤੋਂ ਬਹੁਤ ਦੂਰੀ 'ਤੇ ਸਥਿਤ ਹਨ। ਆਪਾਂ ਪਿੱਛੇ ਪੜ੍ਹ ਚੁੱਕੇ ਹਾਂ ਬਹੁਤ ਡਿਟੇਲ ਦੇ ਵਿੱਚ, ਫਿਰ ਵੀ ਇਹਦਾ ਉੱਤਰ ਦੇਖ ਲਓ। ਉਹਨਾਂ ਤੋਂ ਆਉਣ ਵਾਲੀਆਂ ਪ੍ਰਕਾਸ਼ ਕਿਰਨਾਂ ਨੂੰ ਵੱਖ-ਵੱਖ ਵਾਯੂਮੰਡਲੀ ਪਰਤਾਂ ਵਿੱਚੋਂ ਲੰਘ ਕੇ ਆਉਣਾ ਪੈਂਦਾ ਹੈ, ਜਿਸ ਕਾਰਨ ਤਾਰਿਆਂ ਤੋਂ ਆਉਣ ਵਾਲੀਆਂ ਪ੍ਰਕਾਸ਼ ਕਿਰਨਾਂ ਵਿੱਚ ਲਗਾਤਾਰ ਵਾਯੂਮੰਡਲੀ ਅਪਵਰਤਨ ਹੁੰਦਾ ਰਹਿੰਦਾ ਹੈ ਅਤੇ ਉਹਨਾਂ ਦੀ ਆਭਾਸੀ ਸਥਿਤੀ ਬਦਲਦੀ ਰਹਿੰਦੀ ਹੈ ਅਤੇ ਅੱਖਾਂ ਵਿੱਚ ਪ੍ਰਵੇਸ਼ ਕਰਨ ਵਾਲੇ ਤਾਰਿਆਂ ਦੇ ਪ੍ਰਕਾਸ਼ ਦੀ ਮਾਤਰਾ ਝਿਲਮਿਲਾਉਂਦੀ ਰਹਿੰਦੀ ਹੈ, ਭਾਵ ਟਵਿੰਕਲ ਕਰਦੀ ਰਹਿੰਦੀ ਹੈ। ਇਸ ਕਾਰਨ ਤਾਰੇ ਟਿਮਟਿਮਾਉਂਦੇ ਪ੍ਰਤੀਤ ਹੁੰਦੇ ਹਨ। ਪ੍ਰਸ਼ਨ ਨੰਬਰ 11, ਵਿਆਖਿਆ ਕਰੋ ਕਿ ਗ੍ਰਹਿ ਕਿਉਂ ਨਹੀਂ ਟਿਮਟਿਮਾਉਂਦੇ? ਉੱਤਰ, ਗ੍ਰਹਿ ਤਾਰਿਆਂ ਦੇ ਮੁਕਾਬਲੇ ਵਿੱਚ ਧਰਤੀ ਦੇ ਬਹੁਤ ਨੇੜੇ ਹਨ। ਇਸ ਲਈ ਜੇਕਰ ਅਸੀਂ ਗ੍ਰਹਿਆਂ ਨੂੰ ਬਿੰਦੂ ਸਾਈਜ਼ ਦੇ ਕਈ ਸਰੋਤਾਂ ਦੇ ਸਮੂਹ ਮੰਨ ਲਈਏ ਤਾਂ ਹਰੇਕ ਬਿੰਦੂ ਤੋਂ ਸਾਡੀ ਅੱਖ ਵਿੱਚ ਦਾਖਲ ਹੋਣ ਵਾਲੇ ਪ੍ਰਕਾਸ਼ ਦੀ ਮਾਤਰਾ ਵਿੱਚ ਕੁੱਲ ਤਬਦੀਲੀ ਦਾ ਔਸਤ ਮਾਨ 0 ਹੋਵੇਗਾ। ਇਸ ਲਈ ਗ੍ਰਹਿਆਂ ਦੀ ਆਭਾਸੀ ਸਥਿਤੀ ਸਥਿਰ ਰਹਿੰਦੀ ਹੈ ਅਤੇ ਉਹ ਟਿਮਟਿਮਾਉਂਦੇ ਨਹੀਂ ਦਿਖਾਈ ਦਿੰਦੇ, ਕਿਉਂਕਿ ਇੱਕ ਤਾਂ ਉਹਨਾਂ ਦਾ ਆਪਣਾ ਪ੍ਰਕਾਸ਼ ਵੀ ਨਹੀਂ ਹੁੰਦਾ, ਦੂਜੇ ਨੰਬਰ 'ਤੇ ਉਹ ਧਰਤੀ ਦੇ ਬਹੁਤ ਨੇੜੇ ਹੁੰਦੇ ਹਨ। ਪ੍ਰਸ਼ਨ ਨੰਬਰ 12, ਸੂਰਜ ਚੜ੍ਹਦੇ ਸਮੇਂ ਲਾਲ ਕਿਉਂ ਪ੍ਰਤੀਤ ਹੁੰਦਾ ਹੈ? ਉੱਤਰ, ਸੂਰਜ ਚੜ੍ਹਨ ਸਮੇਂ ਸੂਰਜ ਦੇ ਪ੍ਰਕਾਸ਼ ਨੂੰ ਸਾਡੇ ਤੱਕ ਪਹੁੰਚਣ ਤੋਂ ਪਹਿਲਾਂ ਵਾਯੂਮੰਡਲ ਵਿੱਚ ਵੱਧ ਦੂਰੀ ਤੈਅ ਕਰਨੀ ਪੈਂਦੀ ਹੈ, ਜਿਸ ਕਰਕੇ ਪ੍ਰਕਾਸ਼ ਵਿੱਚ ਮੌਜੂਦ ਰੰਗਾਂ ਵਿੱਚੋਂ ਘੱਟ ਤਰੰਗ ਲੰਬਾਈਆਂ ਦਾ ਪ੍ਰਕਾਸ਼ ਖਿੰਡਾਓ ਕਰ ਦਿੰਦਾ ਹੈ ਅਤੇ ਵੱਧ ਤਰੰਗ ਲੰਬਾਈਆਂ ਜਿਵੇਂ ਲਾਲ, ਸੰਤਰੀ ਅਤੇ ਪੀਲੇ ਰੰਗ ਦਾ ਪ੍ਰਕਾਸ਼ ਸਾਡੀਆਂ ਅੱਖਾਂ ਤੱਕ ਪਹੁੰਚਦਾ ਹੈ। ਇਸ ਲਈ ਸੂਰਜ ਲਾਲ ਵਿਖਾਈ ਦਿੰਦਾ ਹੈ। ਪ੍ਰਸ਼ਨ ਨੰਬਰ 13, ਕਿਸੇ ਪੁਲਾੜ ਯਾਤਰੀ ਨੂੰ ਆਕਾਸ਼ ਨੀਲੇ ਦੀ ਥਾਂ ਕਾਲਾ ਕਿਉਂ ਦਿਖਾਈ ਦਿੰਦਾ ਹੈ? ਉੱਤਰ, ਬਹੁਤ ਉਚਾਈ 'ਤੇ ਪੁਲਾੜ ਯਾਤਰੀ ਲਈ ਕੋਈ ਵੀ ਵਾਯੂਮੰਡਲ ਨਹੀਂ ਹੁੰਦਾ, ਇਸ ਲਈ ਹਵਾ ਦੇ ਕਣਾਂ ਦੀ ਗੈਰ ਮੌਜੂਦਗੀ ਕਾਰਨ ਪ੍ਰਕਾਸ਼ ਦਾ ਖਿੰਡਾਓ ਨਹੀਂ ਹੁੰਦਾ। ਇਸ ਲਈ ਪੁਲਾੜ ਯਾਤਰੀ ਨੂੰ ਆਕਾਸ਼ ਕਾਲਾ ਦਿਖਾਈ ਦਿੰਦਾ ਹੈ। ਹਾਂਜੀ ਪਿਆਰੇ ਬੱਚਿਓ, ਮੈਨੂੰ ਪੂਰੀ ਆਸ ਆ ਕਿ ਤੁਹਾਨੂੰ ਜਿਹੜਾ ਜੋ ਲੈਸਨ ਆ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਬਾਕੀ ਜੋ ਰਹਿੰਦੇ ਲੈਸਨ ਹਨ ਉਹਨਾਂ ਦੇ ਪ੍ਰਸ਼ਨ ਉੱਤਰ ਅਤੇ ਉਹਨਾਂ ਦੀ ਡਿਟੇਲ ਇਸੇ ਤਰ੍ਹਾਂ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਰਹਾਂਗਾ, ਇਸ ਲਈ ਤਾਂ ਕਿ ਨੋਟੀਫਿਕੇਸ਼ਨ ਤੁਹਾਡੇ ਤੱਕ ਆਉਂਦੀ ਰਹੇ। ਇਸ ਲਈ ਪਲੀਜ਼ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਐਂਡ ਸ਼ੇਅਰ ਕਰੋ। ਥੈਂਕ ਯੂ, ਆਲ ਦਾ ਬੈਸਟ।